ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਹਾਂਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਹਿ ਕੀ ਸਾਰ ਸੁਹਾਗਣ ਜਾਣੈ ਤਜ ਅਭਿਮਾਨ ਸੁਖ ਰਲਿਆ ਮਾਨੈ। ਤਨ ਮਨ ਦੇ ਨਾ ਅੰਤਰ ਰਾਖੈ ਅਵਰਾ ਦੇਖ ਨਾ ਸੁਣੈ ਅਪਾਖੈ। ਸਹਿ ਕੀ ਸਾਰ ਸੁਹਾਗਣ ਜਾਣੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਸੂਹੀ। ਰਾਗ ਦਾ ਨਾਮ ਹੈ ਸੂਹੀ ਰਾਗ। ਬਾਣੀ ਸ੍ਰੀ ਭਗਤ ਰਵਿਦਾਸ ਜੀਓ ਕੀ। ਇਸ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਸੁਭਾਈਮਾਨ ਭਗਤ ਰਵਿਦਾਸ ਮਹਾਰਾਜ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ
ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਦਰਜ ਕਰਵਾ ਰਹੇ ਹਨ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਸਤ ਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਸ ਪਾਵਨ ਸ਼ਬਦ ਵਿੱਚ ਭਗਤ ਰਵਿਦਾਸ ਜੀ ਪਤ ਵਰਤਾ ਧਰਮ ਵਾਲੀ ਇਸਤਰੀ ਦਾ ਦ੍ਰਿਸ਼ਟਾਂਤ ਦੇ ਕੇ ਪਰਮਾਰਥ ਦੇ ਵਿਚਾਰ ਨੂੰ ਦੱਸਦੇ ਹਨ। ਸਹਿ ਕੀ ਸਾਰ ਸੁਹਾਗਣ ਜਾਣੈ। ਹੇ ਭਾਈ, ਜਿਵੇਂ ਪਤੀ ਦੀ ਖਬਰ ਭਾਵ ਮਿਲਾਪ ਦੀ ਕਦਰ ਨੂੰ ਇੱਕ ਸੁਹਾਗਵੰਤੀ ਇਸਤਰੀ ਹੀ ਜਾਣ ਸਕਦੀ ਹੈ। ਤਜ ਅਭਿਮਾਨ ਸੁਖ ਰਲਿਆ ਮਾਨੈ। ਜੋ ਆਪਣੇ ਗੁਣਾ ਆਪਣੇ ਮਾਂ ਪਿਓ ਦੀ ਜਾਇਦਾਦ ਆਦਿਕ ਦਾ ਹੰਕਾਰ ਛੱਡ ਕੇ ਆਨੰਦ ਦੇ ਸਹਿਤ ਖੁਸ਼ੀਆਂ ਮਾਣਦੀ ਹੈ। ਮਨ ਤਨ ਤਨ ਮਨ ਦੇ ਨਾ ਅੰਤਰ ਰੱਖੈ। ਜੋ ਆਪਣਾ ਸਰੀਰ ਅਤੇ ਮਨ ਹਿਰਦਾ ਵੀ ਪਤੀ ਦੀ ਆਗਿਆ ਵਿੱਚ ਦਿੰਦੀ ਹੈ ਅਤੇ ਕੋਈ ਪਤੀ ਦੇ ਨਾਲ ਭੇਦ ਫਰਕ ਆਦਿਕ ਨਹੀਂ ਰੱਖਦੀ। ਸੋ ਜੋ ਵੀ ਆਪਣੇ ਮਨ ਦੀ ਅਵਸਥਾ ਹੈ, ਗੱਲਬਾਤ ਹੈ, ਉਹ ਪਤੀ ਦੇ ਨਾਲ ਸਾਂਝੀ ਕਰਦੀ ਹੈ। ਅਵਰਾ ਦੇਖ ਨਾ ਸੁਣੈ ਅਪਾਖੈ। ਉਹ ਨਾ ਹੀ ਕਿਸੇ ਹੋਰ ਪਤੀਆਂ ਦੇ ਵੱਲ ਵੇਖਦੀ ਹੈ ਤੇ ਨਾ ਹੀ ਹੋਰਨਾਂ ਦੇ ਪਤੀਆਂ ਦੀਆਂ ਗੱਲਾਂ ਨੂੰ ਉਹ ਸੁਣਦੀ ਹੈ ਅਤੇ ਹੋਰਨਾਂ ਮਰਦਾਂ ਦੀ ਵਡਿਆਈ ਦੀਆਂ ਗੱਲਾਂ ਬੋਲਣ ਤੋਂ ਰਹਿਤ ਹੁੰਦੀ ਹੈ ਜਾਂ ਨਿੰਦਿਤ ਬਚਨ ਨਹੀਂ ਬੋਲਦੀ। ਇਸੇ ਤਰ੍ਹਾਂ ਤਨ ਮਨ ਸਹਿ ਕੀ ਸਾਰ ਸੁਹਾਗਨ ਜਾਣੈ। ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀ ਖਬਰ ਨੂੰ ਮਹਾਤਮਾ ਰੂਪ ਸੁਹਾਗਵੰਤੀ ਹੀ ਜਾਣ ਸਕਦੀ ਹੈ। ਤਜ ਅਭਿਮਾਨ ਸੁਖ ਰਲਿਆ ਮਾਨੈ। ਉਹ ਦੇਹ ਅਭਿਮਾਨ ਨੂੰ ਛੱਡ ਕੇ ਸੁਖ ਸਰੂਪ ਦੀਆਂ ਖੁਸ਼ੀਆਂ ਮਾਣਦੀ ਹੈ। ਸੋ ਕਤ ਜਾਣੈ ਪੀਰ ਪਰਾਈ। ਤਨ ਮਨ ਦੇ ਨਾ ਅੰਤਰ ਰੱਖੈ। ਉਹਨੇ ਆਪਣਾ ਤਨ ਸਰੀਰ ਦਾ ਅਭਿਮਾਨ ਵੀ ਛੱਡ ਦਿੱਤਾ ਹੈ, ਮਨ ਵੀ ਪਤੀ ਪਰਮੇਸ਼ਰ ਨੂੰ ਭੇਂਟ ਕਰ ਦਿੱਤਾ ਹੈ ਤੇ ਜੀਵ ਈਸ਼ ਦੇ ਭਰਮ ਦਾ ਫਰਕ ਵੀ ਨਹੀਂ ਰੱਖਦੇ, ਭਾਵ ਏਕਤਾ ਵਿੱਚ ਰਹਿੰਦੀ ਹੈ। ਅਵਰਾ ਦੇਖ ਨਾ ਸੁਣੈ ਅਪਾਖੈ। ਹੋਰ ਦੇਵੀ ਦੇਵਤਿਆਂ ਵੱਲ ਦੇਖਦੀ ਤੱਕ ਨਹੀਂ ਤੇ ਨਾ ਹੀ ਉਹਨਾਂ ਦੀ ਉਪਾਸਨਾ ਦੀ ਗੱਲ ਸੁਣਦੀ ਹੈ ਅਤੇ ਭੇਦਵਾਦੀਆਂ ਨਿੰਦਿਆ ਚੁਗਲੀ ਵਾਲੇ ਬਚਨ ਬੋਲਣ ਤੋਂ ਰਹਿਤ, ਭਾਵ ਨਿੰਦਿਤ ਬਚਨ ਨਹੀਂ ਬੋਲਦੀ। ਸੋ ਕਤ ਜਾਣੈ ਪੀਰ ਪਰਾਈ। ਉਹ ਮਹਾਤਮਾ ਰੂ ਸੁਹਾਗਣ ਪਰਾਈ ਇਵਦੀ ਆਦਿਕ ਦੀ ਪੀੜਾ ਨੂੰ ਕਿੱਥੇ ਜਾਣਦੀ ਹੈ। ਜਾ ਕੈ ਅੰਤਰ ਦਰਦ ਨਾ ਪਾਈ। ਜਿਸ ਦੇ ਹਿਰਦੇ ਵਿੱਚ ਵਿਛੋੜੇ ਦੀ ਪੀੜਾ ਪਾਈ ਹੋਈ ਨਹੀਂ ਜਾਂਦੀ, ਕਿਉਂਕਿ ਉਹ ਹਰ ਵਕਤ ਪਤੀ ਪਰਮੇਸ਼ਰ ਨਾਲ ਮਹਾਤਮਾ ਰੂਪ ਸਖੀ ਮਿਲੀ ਹੀ ਰਹਿੰਦੀ ਹੈ। ਪਤਾ ਤਾਂ ਉਦੋਂ ਲੱਗਦਾ ਜਦੋਂ ਵਿਛੋੜਾ ਹੋ ਜਾਏ। ਗੁਰੂ ਘਰ ਦੇ ਵਿੱਚ ਤਾਂ ਆਨੰਦ ਮੰਗਲ ਬਣਿਆ ਹੋਇਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛ ਕੇ ਵੇਖੋ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਗਲਬ ਕਰੇ ਚਾਤਰ ਕੀ ਨਿਆਈ। ਉਹ ਤਾਂ ਅੰਤਰਾਤਮੇ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਨਾਲ ਮਿਲੇ ਵੀ ਰਹਿੰਦੇ ਸੀ, ਪਰ ਇੱਕ ਸਿੱਖ ਦਾ ਗੁਰੂ ਨਾਲ ਕਿੰਨਾ ਪਿਆਰ ਹੋਣਾ ਚਾਹੀਦਾ, ਇਹ ਸਤਿਗੁਰੂ ਜੀ ਨੇ ਬਾਹਰੀ ਸਰੀਰਕ ਵਿਛੋੜੇ ਦੀ ਅਵਸਥਾ ਨੂੰ ਬਿਆਨ ਕੀਤਾ ਬੜੇ ਪਿਆਰ ਦੀ ਬੋਲੀ ਵਿੱਚ। ਜਿਵੇਂ ਪਤੀ ਪਤਨੀ ਵਿਛੜ ਕਰਕੇ ਇੱਕ ਦੂਜੇ ਤੋਂ ਦੁੱਖ ਮਨਾਉਂਦੇ ਨੇ ਵਿਛੋੜੇ ਦਾ, ਇੰਝ ਮਹਾਰਾਜ ਨੇ ਇਹ ਦ੍ਰਿਸ਼ਟਾਂਤ ਦੇ ਕੇ ਤੇ ਆਪ ਦਾ ਪਿਆਰ ਗੁਰੂ ਰਾਮਦਾਸ ਜੀ ਨਾਲ ਜਨਾਇਆ ਹੈ। ਪਰ ਜਿਹੜੇ ਹਮੇਸ਼ਾ ਹੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰੂ ਮਹਾਰਾਜ ਨਾਲ ਮਿਲੇ ਰਹਿੰਦੇ ਨੇ, ਕਦੀ ਵਿਛੋੜਾ ਉਹਨਾਂ ਗੁਰੂ ਘਰ ਨਾਲੋਂ ਪਾਇਆ ਹੀ ਨਹੀਂ, ਉਹਨਾਂ ਨੂੰ ਭਲਾ ਕੀ
ਪਤਾ ਕਿ ਵਿਛੋੜੇ ਦਾ ਦੁੱਖ ਕਿੰਨਾ ਹੁੰਦਾ ਹੈ, ਕਿਉਂਕਿ ਮਹਾਰਾਜ ਨੇ ਕਦੀ ਉਹਨਾਂ ਨੂੰ ਵਿਛੋੜਾ ਦਿੱਤਾ ਹੀ ਨਹੀਂ। ਇਸੇ ਪ੍ਰਕਾਰ ਸੋ ਕਥਾ ਸੋ ਕਤ ਜਾਣੈ ਪੀਰ ਪਰਾਈ। ਉਹ ਪਰਾਈ ਪ੍ਰੇਮ ਦੀ ਪੀੜਾ ਨੂੰ ਕਿਵੇਂ ਜਾਣ ਸਕਦੀ ਹੈ? ਜਾ ਕੈ ਅੰਤਰ ਦਰਦ ਨ ਪਾਈ। ਜਿਸ ਦੇ ਅੰਦਰ ਕਦੇ ਪ੍ਰੇਮ ਦੀ ਪੀੜਾ ਹੀ ਨਹੀਂ ਪਾਈ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਦੁਖੀ ਦੁਹਾਗਨ ਦੋਏ ਪੱਖ ਹੀਨੀ। ਜਿਵੇਂ ਪ੍ਰਤੱਖ ਛੁੱਟੜ ਇਸਤਰੀ ਦੁਖੀ ਅਤੇ ਦੋਵੇਂ ਪੱਖ ਭਾਵ ਸਹੁਰਿਆਂ ਤੇ ਪੇਕਿਆਂ ਦੇ ਸੁੱਖਾਂ ਵੱਲੋਂ ਵੀ ਖਾਲੀ ਰਹਿੰਦੀ ਹੈ। ਜਿਨ ਨਾਹ ਨਿਰੰਤਰ ਭਗਤ ਨਾ ਕੀਨੀ। ਇਉਂ ਮਨਮੁਖ ਰੂਪ ਦੁਹਾਗਣ ਵਿਵਹਾਰਕ ਅਤੇ ਪਰਮਾਰਥ ਜਾਂ ਲੋਕ ਪਰਲੋਕ ਦੇ ਦੋਵੇਂ ਪੱਖਾਂ ਤੋਂ ਹੀਣ ਹੋਣ ਕਰਕੇ ਦੁਖੀ ਰਹਿੰਦੀ ਹੈ। ਭਾਵ ਇਸ ਲੋਕ ਦੇ ਵਿੱਚ ਭਗਤੀ ਆਦਿ ਗੁਣ ਨਾ ਹੋਣ ਕਰਕੇ ਸਤਿਕਾਰ ਨਹੀਂ ਹੈ, ਅਤੇ ਪਰਲੋਕ ਦੇ ਵਿੱਚ ਵੀ ਕੋਈ ਆਦਰ ਮਾਣ ਨਹੀਂ ਹੁੰਦਾ। ਜਿਹਨੇ ਪਤੀ ਪਰਮੇਸ਼ਰ ਦੀ ਇੱਕ ਰਸ ਭਗਤੀ ਨਹੀਂ ਕੀਤੀ, ਉਹ ਬੜੀ ਦੁਹਾਗਣ ਵਿਛੋੜੇ ਕਰਕੇ ਦੁਖੀ ਰਹਿੰਦੀ ਹੈ। ਪੁਰ ਸਲਾਤ ਕਾ ਪੰਥ ਦੁਹਿਲਾ। ਪਰ ਅੱਗੇ ਜੋ ਬੈਤਰਨੀ ਨਦੀ ਨਰਕਾਂ ਦੀ ਅੱਗ ਉੱਪਰ ਪੁਰਸਲਾਤ ਸਲਾਤਲ ਮੁਸਤਕੀਮ, ਸਲਾਤ ਸੱਲ ਭਾਵ ਅਤਿਅੰਤ ਦੁੱਖਾਂ ਵਾਲਾ ਪੁਲ ਹੈ। ਪੁਰਸਲਾਤ ਇਹਦਾ ਮਤਲਬ ਹੈ ਸਲਾਤਲ ਮੁਸਤਕੀਮ। ਸਿਰਾਤ ਮੁਸਲਮਾਨੀ ਮਤ ਅਨੁਸਾਰ ਦੋਜਕ ਨਰਕ ਦੀ ਅੱਗ ਉੱਪਰ ਇੱਕ ਪੁਲ ਹੈ, ਜੋ ਵਾਲ ਨਾਲੋਂ 100ਵੇਂ ਹਿੱਸੇ ਨਾਲੋਂ ਵੀ ਬਰੀਕ ਹੈ। ਵਾਲ ਦੇ 100ਵੇਂ ਹਿੱਸੇ ਨਾਲੋਂ ਵੀ ਬਰੀਕ ਹੈ ਅਤੇ ਤਲਵਾਰ ਦੀ ਧਾਰ ਨਾਲੋਂ ਵੀ ਤਿੱਖਾ ਹੈ, ਕਿਉਂਕਿ ਵਾਲ ਦੇ ਉੱਪਰ ਅਤੇ ਧਾਰ ਦੇ ਉੱਪਰ ਮੱਖੀ ਮੱਛਰ ਬੈਠ ਸਕਦਾ, ਟਿਕ ਸਕਦਾ, ਪਰ ਉਹਦੇ ਉੱਪਰ ਮੱਖੀ ਮੱਛਰ ਦੇ ਬਹਿਣ ਜਿੰਨੀ ਵੀ ਜਗ੍ਹਾ ਨਹੀਂ, ਉਹਦੇ 'ਤੇ ਜੀਵ ਆਤਮਾ ਨੂੰ ਲੰਘਾਇਆ ਜਾਂਦਾ। ਇਹਦੇ ਦੋਹੀਂ ਪਾਸਿਆਂ ਤਿੱਖੇ ਕੰਢੇ ਨੇ, ਜੋ ਇੱਧਰ ਉੱਧਰ ਬੰਦੇ ਨੂੰ ਹਿੱਲਣ ਵੀ ਨਹੀਂ ਦਿੰਦੇ। ਧਰਮੀ ਪੁਰਸ਼ ਤਾਂ ਇਸ ਉੱਪਰੋਂ ਛੇਤੀ ਲੰਘ ਜਾਂਦੇ ਨੇ ਅਤੇ ਪਾਪੀ ਨਰਕ ਦੀ ਅੱਗ ਵਿੱਚ ਡਿੱਗ ਪੈਂਦੇ ਨੇ। ਮੁਸਲਮਾਨਾਂ ਨੇ ਇਸ ਪੁਲ ਦਾ ਖਿਆਲ ਪਾਰਸੀਆਂ ਤੋਂ ਲਿਆ ਹੈ, ਜਿਨ੍ਹਾਂ ਨੇ ਚਿਨਵਤ ਪੇ ਰੇਤੂ ਨਾਮਕ ਪੁਲ ਪਰਲੋਕ ਵਿੱਚ ਮੰਨਿਆ। ਯਹੂਦੀ ਵੀ ਨਰਕ ਦਾ ਪੁਲ ਮੰਨਦੇ ਨੇ। ਇਉਂ ਅਤਿਅੰਤ ਦੁੱਖਾਂ ਵਾਲਾ ਇਹ ਜਿਹੜਾ ਰਸਤਾ ਹੈ, ਮਨਮੁਖਾਂ ਲਈ ਪਾਰ ਕਰਨਾ ਬੜਾ ਔਖਾ ਹੈ, ਦੁਹੇਲਾ ਕਠਿਨਤਾਈ ਵਾਲਾ ਹੈ। ਸੰਗ ਨਾ ਸਾਥੀ ਗਵਨ ਅਕੇਲਾ। ਜਿਸ ਰਸਤੇ ਉੱਪਰ ਨਾਲ ਕੋਈ ਵੀ ਦੁਨੀਆ ਦਾ ਸਾਥੀ ਸੱਜਣ ਮਿੱਤਰ ਨਹੀਂ ਹੁੰਦਾ, ਜਾਂ ਪੁੰਨ ਰੂਪੀ ਕੋਈ ਸੰਗੀ ਨਹੀਂ ਹੁੰਦਾ, ਅਤੇ ਜਪ ਤਪ ਰੂਪ ਕੋਈ ਸਾਥੀ ਨਹੀਂ ਹੁੰਦਾ, ਉੱਥੇ ਕੇਵਲ ਜੀਵ ਆਤਮਾ ਇਕੱਲਾ ਹੀ ਜਾਂਦਾ ਹੈ। ਦੁਖੀਆ ਦਰਦ ਵੰਦ ਦਰ ਆਇਆ। ਇਹ ਪਰਮੇਸ਼ਰ ਤੂੰ ਪੀੜਾ ਮਿਟਣ ਵਾਲਾ ਹੈ, ਪੀੜਾ ਨੂੰ ਬੰਦ ਕਰ ਦੇਣ ਵਾਲਾ ਹੈ। ਮੈਂ ਦੁਖੀ ਹੋ ਕੇ ਤੇਰੇ ਦੁਆਰੇ ਆਇਆ ਹਾਂ। ਇਸੇ ਪ੍ਰਕਾਰ ਦੁਖੀਆ ਦਰਦ ਵੰਦ ਦਰ ਆਇਆ। ਇਹ ਦਰਦਾਂ ਨੂੰ ਸਮਝਣ ਵਾਲੀ ਰੱਖਿਅਕ ਦਿਆਲੂ ਪਰਮੇਸ਼ਰ, ਮੈਂ ਵਿਕਾਰਾਂ ਵੱਲੋਂ ਦੁਖੀ ਹੋ ਕੇ ਤੇਰੇ ਸਾਧ ਸੰਗਤ ਰੂਪ ਦਰ ਦੇ ਵਿੱਚ ਆਇਆ ਹਾਂ। ਬਹੁਤ ਪਿਆਸ ਜਵਾਬ ਨਾ ਪਾਇਆ। ਮੇਰੇ ਹਿਰਦੇ ਅੰਦਰ ਤੇਰੇ ਦਰਸ਼ਨਾਂ ਦੀ ਬਹੁਤ ਪਿਆਸ ਲੱਗੀ ਹੋਈ ਹੈ। ਮੈਂ ਸੁਣਿਆ ਕਿ ਕਿਸੇ ਭਗਤ ਨੇ ਤੇਰੇ ਦਰ ਤੋਂ ਜਵਾਬ ਨਹੀਂ ਪਾਇਆ। ਭਾਵ ਜੋ ਵੀ ਤੇਰੀ ਸ਼ਰਨ ਵਿੱਚ ਤੇਰੇ ਦਰਸ਼ਨਾਂ ਦੀ ਚਾਹਨਾ ਰੱਖ ਕੇ ਆਇਆ, ਤੂੰ ਉਹਨੂੰ ਇਨਕਾਰ ਨਹੀਂ ਕੀਤਾ। ਅਰਥਾਤ ਪ੍ਰਤੱਖ ਹੋ ਕੇ ਤੂੰ ਉਹਨੂੰ ਦਰਸ਼ਨ ਬਖਸ਼ਿਸ਼ ਕੀਤੇ ਹਨ, ਅਤੇ ਮੈਨੂੰ ਵੀ ਕਿਰਪਾ ਕਰਕੇ ਜਵਾਬ ਨਾ ਦੇਈਂ। ਮਹਾਰਾਜ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੀਂ। ਕਹਿ ਰਵਿਦਾਸ ਸਰਣ ਪ੍ਰਭ ਤੇਰੀ। ਇਹਦਾ ਪਾਠ ਰਵਿਦਾਸ ਨਹੀਂ ਹੈ, ਮੇਰੇ ਖਿਆਲ ਮੁਤਾਬਕ ਉਹ ਬਿਹਾਰੀ ਤਾਂ ਹਿੰਦੀ ਦੇ ਵਿੱਚ ਬੋਲੀ ਦੀ ਹੈ।
ਹਿੰਦੀ ਦੇ ਵਿੱਚ ਸਿਆਰੀ ਲੱਗੀ ਹੋਵੇ ਉਹਨੂੰ ਬਿਹਾਰੀ ਬੋਲੀਦਾ ਹੈ, ਪਰ ਇਹ ਪੰਜਾਬੀ ਗੁਰਮੁਖੀ ਹੈ। ਜਿਹੜੀ ਸਿਆਰੀ ਹੈ ਇਹ ਸਲਿਮ ਮਾਤਰਾ ਦੇ ਵਿੱਚ, ਅੱਧੀ ਮਾਤਰਾ ਦੇ ਵਿੱਚ ਆਉਂਦੀ ਹੈ, ਅਤੇ ਇਸ ਲਈ ਜਿਹੜੀ ਬਿਹਾਰੀ ਹੈ ਇਹ ਦੀਰਘ ਮਾਤਰਾ ਹੈ, ਪਰ ਸਿਆਰੀ ਹੋਣ ਕਰਕੇ ਲਘੂ ਮਾਤਰਾ ਇਹਦੀ ਬੋਲਣੀ ਬਣਦੀ ਹੈ। ਇਸ ਲਈ ਰਵੀਦਾਸ ਅੱਖਰ ਅਸ਼ੁੱਧ ਹੈ। ਸੰਪਰਦਾਈ ਜਾਣਕਾਰੀ ਮੁਤਾਬਕ ਇਹ ਪਾਠ ਰਵਿਦਾਸ ਹੈ। ਕਹਿ ਰਵਿਦਾਸ ਸਰਨ ਪ੍ਰਭ ਧੀਰੀ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਕਿ ਇਹ ਪਰਮੇਸ਼ਰ, ਮੈਂ ਤੇਰੀ ਸ਼ਰਨ, ਤੇਰੀ ਓਟ, ਤੇਰੀ ਪਨਾਹ ਦੇ ਵਿੱਚ ਆਇਆ ਹਾਂ। ਜਿਉ ਜਾਣਹੁ ਤਿਉ ਕਰ ਗਤ ਮੇਰੀ। ਹੁਣ ਜਿਵੇਂ ਤੁਸੀਂ ਜਾਣਦੇ ਹੋ ਤਿਵੇਂ ਹੀ ਮੇਰੀ ਕਲਿਆਣ ਕਰੋ ਜੀ। ਲੋਕਾਂ ਦੇ ਭਾਣੇ ਤਾਂ ਆਪਾਂ ਬਾਬਾ ਜੀ ਹਾਂ, ਪਰ ਮਹਾਰਾਜ ਤੈਨੂੰ ਤਾਂ ਪਤਾ ਹੈ ਕਿ ਆਪਾਂ ਕਿੱਡੇ ਗੁਨਾਹਗਾਰ ਹਾਂ, ਕਿੰਨੇ ਕੁ ਪਾਣੀ 'ਚ। ਤੋ ਜਿਵੇਂ ਵੀ ਸਾਨੂੰ ਚੰਗੇ ਜਾਣਦਾ, ਮਾੜੇ ਜਾਣਦਾ ਹੈ, ਤਿਵੇਂ ਸਾਡੀ ਗਤੀ ਮੁਕਤੀ ਕਰ ਜੀ, ਅਤੇ ਸਾਡੇ 'ਤੇ ਕਿਰਪਾ ਕਰ। ਕਿਉਂਕਿ ਹੁਣ ਨਾਮ ਤਾਂ ਤੇਰਾ ਹੀ ਪੈ ਗਿਆ ਕਿ ਗੁਰੂ ਦਾ ਖਾਲਸਾ ਹੈ, ਅੰਮ੍ਰਿਤਧਾਰੀ ਸਿੱਖ ਹੈ, ਇਹ ਬਾਬਾ ਜੀ ਹੈ, ਗੁਰਦੁਆਰੇ ਦਾ ਬੰਦਾ ਹੈ। ਨਾਮ ਪਰਿਓ ਭਗਤ ਗੋਬਿੰਦ ਕਾ। ਮੇਰਾ ਨਾਮ ਪੈ ਗਿਆ ਕਿ ਗੋਬਿੰਦ ਦਾ ਭਗਤ ਹੈ, ਅਤੇ ਹੁਣ ਤੂੰ ਕਿਰਪਾ ਕਰ, ਇਹ ਰੱਖੋ ਪੈਜ ਤੁਮਾਰੀ। ਇਹ ਤੈਨੂੰ ਆਪਦੇ ਨਾਮ ਦੀ ਪੈਜ ਰੱਖਣੀ ਪਊਗੀ। ਮੈਂ ਭਾਵੇਂ ਉਹਨੇ ਗੁਣਾਂ ਵਾਲਾ ਨਹੀਂ, ਮਾੜਾ ਹਾਂ, ਅਤੇ ਪਰ ਹੁਣ ਜੇ ਨਾ ਹੀ ਪੈ ਗਿਆ ਤਾਂ ਹੁਣ ਤੂੰ ਕਿਰਪਾ ਕਰਕੇ ਮੈਨੂੰ ਗੁਣ ਵੀ ਦੇ। ਨਾਮ ਜੈਸੇ ਗੁਣ ਮੈਨੂੰ ਬਖਸ਼ ਦੇ। ਮੇਰੀ ਇੱਜ਼ਤ ਪਤ ਆਪਦੇ ਨਾਮ ਪਏ ਦੀ ਲਜਿਆ ਰੱਖਣਾ ਕਰੋ ਜੀ। ਸੂਹੀ। ਭਗਤ ਰਵਿਦਾਸ ਸਾਹਿਬ ਜੀ ਦਾ ਇਹ ਪਹਿਲਾ ਸ਼ਬਦ ਇੱਥੇ ਸਮਾਪਤ ਹੋਇਆ। ਹੁਣ ਨਵਾਂ ਸ਼ਬਦ ਨਵੇਂ ਪ੍ਰਕਰਨ ਦੇ ਵਿੱਚ ਹੈ। ਪਹਿਲਾ ਪ੍ਰਕਰਨ ਉਹ ਸਮਾਪਤ ਹੋਇਆ। ਹਰੇਕ ਸ਼ਬਦ ਦੇ ਵਿੱਚ ਵੱਖੋ ਵੱਖ ਨਵਾਂ ਪ੍ਰਕਰਨ ਹੈ। ਇਹ ਪਾਵਨ ਸ਼ਬਦ ਵਿੱਚ ਵੈਰਾਗਮਈ ਪ੍ਰਕਰਨ ਦੁਆਰਾ ਉਪਦੇਸ਼ ਕਥਨ ਕਰਦੇ ਹਨ। ਪਹਿਲੇ ਸ਼ਬਦ ਵਿੱਚ ਵੀ ਜਿਹੜਾ ਪੁਰਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਮਨ ਅਕੇਲਾ, ਇਹ ਪੰਕਤੀ ਵੈਰਾਗਮਈ ਹੈ। ਇਹਦੇ ਮੁਤਾਬਕ ਦੱਸਦੇ ਨੇ, ਜੋ ਦਿਨ ਆਵੈ ਹੈ। ਜੋ ਵੀ ਜ਼ਿੰਦਗੀ ਉਮਰ ਦਾ ਦਿਨ ਆਉਂਦਾ ਹੈ, ਮੰਨ ਲਓ ਕਿ ਅੱਜ ਦਾ ਦਿਨ ਚੜ੍ਹਿਆ ਹੈ, ਚੜ੍ਹੇ ਦਾ ਹੀ ਪਤਾ ਹੈ, ਸਾਰੀ ਦਿਹਾੜੀ ਪਤਾ ਨਹੀਂ ਲੱਗਦਾ ਕਿ ਕਿੱਥੇ ਲੰਘ ਜਾਂਦੇ। ਉਦੋਂ ਹੀ ਪਤਾ ਲੱਗਦਾ ਜਦੋਂ ਰਹਿ ਰਸ ਦਾ ਟਾਈਮ ਹੋ ਗਿਆ। ਲੋਕਾਂ ਦਾ ਸਮਾਂ ਨਹੀਂ ਗੁਜ਼ਰਦਾ, ਉਹ ਤਾਸ਼ ਖੇਡ ਕੇ ਇੱਧਰ ਉੱਧਰ ਗੱਲਾਂ ਬਾਤਾਂ ਕਰਕੇ ਆਪਦਾ ਟਾਈਮ ਪਾਸ ਕਰਦੇ ਨੇ, ਗੁਜ਼ਾਰਦੇ ਨੇ, ਪਰ ਇੱਥੇ ਪਤਾ ਹੀ ਨਹੀਂ ਚੱਲਦਾ ਵੀ ਕਦੋਂ ਦਿਨ ਚੜ੍ਹਿਆ ਅਤੇ ਕਦੋਂ ਖਤਮ ਹੋ ਗਿਆ। ਇਸ ਲਈ ਇਹ ਜਿਹੜੀ ਉਮਰ ਹੈ ਹੌਲੀ ਹੌਲੀ ਗੁਜ਼ਰਦੀ ਗੁਜ਼ਰਦੀ ਗੁਜ਼ਰ ਜਾਂਦੀ ਹੈ। ਕਿਉਂਕਿ ਮੇਲਾ ਬੜਾ ਸੋਹਣਾ ਲੱਗਾ ਹੋਇਆ। ਜਿਹੜੀ ਦੁਨੀਆ ਹੈ, ਪਰਿਵਾਰ ਦੇ ਮੈਂਬਰ ਨੇ, ਉਹ ਮਨ ਉਚਾਟ ਹੋਣ ਹੀ ਨਹੀਂ ਦਿੰਦੇ। ਰੱਬ ਨੇ ਇੰਨਾ ਜੀਅ ਲਾਇਆ ਹੋਇਆ, ਧਰਮੀਆਂ ਦਾ ਧਰਮ 'ਚ ਲੱਗਾ ਹੋਇਆ ਹੈ, ਪਰ ਜਿਹੜੇ ਮਨਮੁਖ ਨੇ ਉਹ ਵਿਕਾਰਾਂ ਦੇ ਵਿੱਚ ਹੀ ਮਸਤ ਨੇ, ਨਸ਼ਿਆਂ ਵਿਸ਼ਿਆਂ ਦੇ ਵਿੱਚ। ਇਸ ਲਈ ਜ਼ਿੰਦਗੀ ਐਵੇਂ ਹੀ ਲੰਘਦੀ ਗੁਜ਼ਰਦੀ ਜਾ ਰਹੀ ਹੈ। ਜਿਹੜਾ ਉਮਰ ਦਾ ਦਿਨ ਆਉਂਦਾ ਹੈ ਉਹ ਦਿਨ ਚਲਿਆ ਵੀ ਜਾਂਦਾ। ਭਾਵ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਸੀਜੈ। ਕਾਲ ਇਹੇਰੀ ਫਿਰੈ ਬਦਕ ਜਿਉ, ਕਹੋ ਕਮਨ ਵਿਦ ਕੀਜੈ। ਪਹਿਰਾਂ ਤੋਂ ਦਿਨ ਅਤੇ ਦਿਨਾਂ ਤੋਂ ਤਰੀਕਾਂ, ਫਿਰ ਮਹੀਨੇ ਅਤੇ ਫਿਰ ਸਾਲ, ਜਾਂ ਜਿਹੜਾ ਆਪਾਂ ਅੱਖ ਝਮਕਦੇ ਹਾਂ, ਇੱਕ ਵਾਰ ਅੱਖ ਝਮਕਣ ਨੂੰ ਇੱਕ ਖਿਣ ਕਹਿੰਦੇ ਹਨ, ਇੱਕ ਨਿਮਖ ਕਹਿੰਦੇ ਨੇ, ਜਾਂ ਘਾਟ ਸ਼ਬਦ ਕਹਿਣ ਤੋਂ ਕਹਿੰਦੇ 2 ਖਿਣ ਗੁਜ਼ਰ ਜਾਂਦੇ ਨੇ। ਇੰਨਾ ਥੋੜ੍ਹਾ ਸਮਾਂ, ਉਹ ਖਿਣ ਪਲ ਵਿਸਰੋਂ ਤੇ ਜਾਣੋ ਬਰਸ 85, ਇਹ ਬਾਣੀ 'ਚ ਆਉਂਦਾ ਹੈ। ਇੱਕ ਖਿਣ ਪਲ ਵਿਸਰੋ ਜੀ ਸੁਆਮੀ, ਜਾਣੋ ਬਰਸ 85। ਪਲ ਦਾ ਇੱਕ ਖਿਣ ਮਾਤਰ ਵੀ ਮਹਾਰਾਜ ਜੀ ਮੈਂ ਤੇਰੇ ਨਾਮ ਨੂੰ ਭੁੱਲਦਾ ਹਾਂ,
ਅਤੇ ਮੈਨੂੰ ਇਉਂ ਫੀਲ ਹੁੰਦਾ ਕਿ ਮੈਂ 50 ਸਾਲ ਤੇਰੇ ਤੋਂ ਵਿਛੜਿਆ ਰਿਹਾ। 50 ਸਾਲ ਇੰਨਾ ਪਿਆਰ ਗੁਰਸਿੱਖਾਂ ਦਾ ਹੋਣਾ ਚਾਹੀਦਾ। ਮਤਲਬ ਥੋੜ੍ਹਾ ਸਮਾਂ ਵੀ ਵਿਅਰਥ ਨਾ ਜਾਣ ਦਿਓ। ਸਤਿ ਸ੍ਰੀ ਅਕਾਲ। ਜਿਹੜੇ ਆਮ ਲੋਕ ਨੇ ਉਹ ਤਾਂ ਸ਼ਰਾਬਾਂ ਪੀ ਕੇ, ਕਬਾਬਾਂ ਖਾ ਕੇ, ਝਗੜੇ ਕਰਕੇ, ਵੇਸ਼ਿਆਂ ਵਿਕਾਰ ਭੋਗ ਕੇ ਸਮੇਂ ਨੂੰ ਬਰਬਾਦ ਕਰ ਦਿੰਦੇ ਨੇ। ਜਿਹੜੇ ਮੇਰੇ ਵਰਗੇ ਨਾਰਮਲ ਜਿਹੇ ਨੇ, ਨਾ ਚੰਗੇ ਨਾ ਮਾੜੇ, ਉਹ ਆਪ ਦਾ ਸਮਾਂ ਪਾਸ ਕਰਦੇ ਨੇ। ਅਤੇ ਕਦੀ ਕਿਤੇ ਖਲੋ, ਕਦੀ ਕਿਤੇ ਖਲੋ। ਜਿਹੜਾ ਗੁਰੂ ਦਾ ਸਿੱਖ ਹੈ, ਨਾ ਤਾਂ ਉਹਨੇ ਟਾਈਮ ਬਰਬਾਦ ਕਰਨਾ ਅਤੇ ਨਾ ਹੀ ਉਹਨੇ ਪਾਸ ਕਰਨਾ, ਕਿਉਂਕਿ ਬਰਬਾਦ ਤੋਂ ਤਾਂ ਮਹਾਰਾਜ ਨੇ ਰੋਕਿਆ ਹੈ ਕਿ ਸਮਾਂ ਸਫਲ ਕਰਨਾ ਹੈ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਪਣੀਐ। ਆਇਆ ਹੋਇਆ ਉਹਦਾ ਸਮਾਂ ਸਫਲ ਹੈ ਜੋ ਰਸਨਾ ਨਾਲ ਮਹਾਰਾਜ ਦਾ ਨਾਮ ਜਪਦਾ। ਪਾਸ ਵੀ ਨਹੀਂ ਕਰਨਾ, ਸਫਲ ਕਰਨਾ ਹੈ। ਇਉਂ ਜਿਹੜੇ ਗੁਰੂ ਦੇ ਸਿੱਖ ਨੇ, ਪਲ ਦਾ ਖਿਨ ਮਾਤਰ ਵੀ ਮਹਾਰਾਜ ਦੇ ਨਾਮ ਤੋਂ ਵਿਛੜਦੇ ਨਹੀਂ, ਭੁੱਲਦੇ ਨਹੀਂ। 50 ਸਾਲ ਸਮਝਦੇ ਹਨ। ਇੱਕ ਘੜੀ ਨਾ ਮਿਲਤੇ, 24 ਮਿੰਟਾਂ ਦੀ ਘੜੀ ਹੁੰਦੀ ਹੈ ਤਾਂ ਕਲਯੁਗ ਹੋਤਾ। ਇੱਕ ਘੜੀ ਵੀ ਮਹਾਰਾਜ ਮੈਂ ਜੇ ਤੈਨੂੰ ਮਿਲਦਾ ਨਹੀਂ ਤਾਂ ਸਮਝਦਾ ਕਿ ਕਲਯੁਗ ਆ ਗਿਆ। ਹੁਣ ਕਦ ਮਿਲੀ ਹੈ ਪ੍ਰੇਤੁਤ ਭਗਵੰਤਾ। ਹੇ ਪਿਆਰੇ ਭਗਵੰਤ, ਮੈਂ ਤੈਨੂੰ ਕਦ ਮਿਲਾਂਗਾ। ਮੋਹੇ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਨਾ ਤਾਂ ਮੈਨੂੰ ਨੀਂਦ ਆਉਂਦੀ ਹੈ ਅਤੇ ਨਾ ਮੇਰੀ ਰਾਤ ਲੰਘਦੀ ਹੈ। ਫਰੀਦਾ ਰਾਤੀ ਵੱਡੀਆਂ, ਸਿਆਲੇ ਦੀ ਤਾਂ ਰਾਤਾਂ ਵੀ ਵੱਡੀਆਂ ਨੇ। 5:30 ਹੁਣ ਹਨੇਰਾ ਹੋ ਜਾਂਦਾ। ਸੋਦਰ ਸ੍ਰੀ ਰਹਿਰਾਸ ਦਾ ਸਮਾਂ 5:30 ਦਾ ਹੈ ਅਤੇ 22 ਦਸੰਬਰ ਤੱਕ ਇਹ ਦਿਨ ਨੇ ਘਟਦਾ ਘਟਦਾ ਘਟੀ ਜਾਣਾ ਹੈ। ਮੁੜ ਕੇ 4:15 ਤੱਕ ਤਾਂ 5 ਵਜੇ ਹੀ ਹਨੇਰਾ ਪੈ ਜਾਂਦਾ, ਕਿੱਥੇ 10 ਵਜੇ ਅਤੇ ਕਿੱਥੇ 5 ਵਜੇ। ਇਹ ਮਹਾਰਾਜ ਜਿਉਂ 5 ਵਜੇ ਤੋਂ ਲੈ ਕੇ ਜਾਂ ਸਵੇਰੇ 6 ਵਜੇ ਤਾਂ ਵੀ ਹਨੇਰਾ ਹੀ ਹੁੰਦਾ। 6:30 ਮਸਾਂ ਹੀ ਦਿਨ ਦਾ ਚੜ੍ਹਾਅ ਹੁੰਦਾ ਹੈ। ਅਤੇ ਕਿੰਨਾ ਟਾਈਮ ਹੋ ਗਿਆ ਦੱਸੋ? 12-13 ਘੰਟੇ ਹੋ ਗਏ। ਇੰਨਾ ਟਾਈਮ ਗੁਜ਼ਾਰਨਾ ਕਿੰਨਾ ਔਖਾ ਹੈ। ਸੁੱਤੇ ਪਿਆਂ ਹੀ ਗੁਜ਼ਾਰ ਦੇਣਾ। ਫਰੀਦ ਸਾਹਿਬ ਕਹਿੰਦੇ ਨੇ ਜਿਹੜਾ ਬੁੱਢਾ ਬੰਦਾ ਹੈ ਨਾ ਤਾਂ ਉਹ ਬਹੁਤਾ ਲੰਮੇ ਪੈ ਸਕਦਾ। ਜਦੋਂ ਲੰਮੇ ਪੈਂਦਾ ਤਾਂ ਹੱਡਾਂ 'ਚੋਂ ਸੇਕ ਨਿਕਲਦਾ। ਨਾ ਉਹ ਚੌਂਕੜਾ ਮਾਰ ਕੇ ਬੈਠ ਸਕਦਾ, ਗੋਡੇ ਦੁਖਣ ਲੱਗ ਪੈਂਦੇ ਨੇ। ਨਾ ਖੜ੍ਹਾ ਹੋ ਸਕਦਾ, ਥੱਕ ਜਾਂਦਾ। ਇਉਂ ਇਹ ਅਵਸਥਾ, ਬਜ਼ੁਰਗ ਅਵਸਥਾ ਬਹੁਤ ਜ਼ਿਆਦਾ ਦੁੱਖਾਂ ਵਾਲੀ ਹੈ। ਬੁੱਢੇ ਬੰਦੇ ਨੂੰ ਨੀਂਦ ਵੀ ਨਹੀਂ ਆਉਂਦੀ। ਅਤੇ ਇਉਂ ਬਾਬਾ ਫਰੀਦ ਸਾਹਿਬ ਜੀ ਭਾਵੇਂ ਮਹਾਂਪੁਰਖ ਹਨ, ਨਾਮ ਅਭਿਆਸ ਕਰਨ ਵਾਲੇ ਨੇ। ਪਿੰਨੀ ਰੈਨੜੀ ਹੈ ਚਾ ਮੱਕਣ ਤਾਰੇ, ਜਾ ਕੇ ਸੰਤ ਜਨਾ ਮੇਰੇ ਰਾਮ ਪਿਆਰੇ। ਹਮੇਸ਼ਾ ਜਾ ਕੇ ਭਜਨ ਕਰਨ ਵਾਲੇ ਨੇ। ਪਰ ਇੱਕ ਅਵਸਥਾ ਬਿਆਨ ਕਰਦੇ ਨੇ, ਬਜ਼ੁਰਗ ਅਵਸਥਾ ਮਨਮੁਖ ਦੀ। ਕਹਿੰਦੇ ਫਰੀਦਾ ਰਾਤੀ ਵੱਡੀਆਂ, ਧੁੱਖ ਧੁੱਖ ਉੱਠਣ ਪਾਸ। ਪਾਸੇ ਪਲਟਦੇ ਹੀ ਲੰਘ ਜਾਂਦੀ ਰਾਤ। ਇੱਕ ਪਾਸੇ ਪਏ ਰਹੋ ਅਤੇ ਸੇਕ ਨਿਕਲਣ ਲੱਗ ਪੈਂਦਾ, ਪਾਸੇ ਧੁਖਣ ਲੱਗ ਪੈਂਦੇ ਨੇ ਜਿਸ ਤਰ੍ਹਾਂ ਅੱਗ ਲਾਈ ਹੋਵੇ। ਫਰੀਦਾ ਰਾਤੀ ਵੱਡੀਆਂ, ਵਿਛੋੜੇ ਵਾਲੇ ਦੀਆਂ ਰਾਤਾਂ ਬੜੀਆਂ ਵੱਡੀਆਂ ਬਣ ਜਾਂਦੀਆਂ ਜਿਨ੍ਹਾਂ ਨੂੰ ਰੱਬ ਤੋਂ ਵਿਛੋੜਾ ਪਿਆ ਹੋਇਆ। ਜੋ ਪਤਨੀਆਂ ਆਪਣੇ ਪਤੀ ਤੋਂ ਵਿਛੜੀਆਂ ਹੋਈਆਂ ਨੇ, ਰਾਤ ਨਾ ਮੈਂ ਹਾਵੀ ਸਾਕਤਾਂ, ਉਹਨਾਂ ਸਾਕਤ ਰੂਪ ਇਸਤਰੀਆਂ ਦੀ ਰਾਤ ਨਹੀਂ ਲੰਘਦੇ। ਫਰੀਦਾ ਰਾਤੀ ਵੱਡੀਆਂ, ਧੁੱਖ ਧੁੱਖ ਉੱਠਣ ਪਾਸ। ਤਿਗਤਨਾਂ ਦਾ ਜੀਵਿਆ ਜਿਨ੍ਹਾਂ ਬੜਾ ਨਹੀਂ ਆਸ। ਉਹਨਾਂ ਦੀ ਜ਼ਿੰਦਗੀ ਨੂੰ ਤ੍ਰਿਗਾਕਾਰ ਲਾਹਨਤ ਹੈ ਜਿਨ੍ਹਾਂ ਨੂੰ ਇੱਕ ਰੱਬ ਤੋਂ ਬਗੈਰ ਕਿਸੇ ਹੋਰ ਦੂਜੇ ਦੀ ਆਸਾ ਹੈ। ਇਸ ਲਈ 15 ਵਾਰ ਜਦ ਅੱਖ ਝਮਕੀਏ ਅਤੇ ਸਾਧ ਸੰਗਤ ਜੀਓ 15 ਨਿਮਖਾਂ ਦਾ ਇੱਕ ਵਿਸਵਾ ਬਣਦਾ ਹੈ।
ਵਿਸਵੇ ਚਸਿਆ ਘੜੀਆ ਪਹਿਰਾ, ਸਮੇਂ ਦੀ ਵੰਡ ਹੈ। ਅਤੇ ਜੇ 15 ਵਿਸਵੇ ਹੋਣ ਉਹਦਾ ਇੱਕ ਚਸਾ ਮੰਨਦਾ ਹੈ। 30 ਚਸਿਆਂ ਦਾ ਇੱਕ ਪਲ ਹੁੰਦਾ, 60 ਪਲਾਂ ਦੀ ਇੱਕ ਘੜੀ ਹੁੰਦੀ, ਜਾਂ 24 ਮਿੰਟਾਂ ਦੀ ਜਾਂ 60 ਪਲਾਂ ਦੀ। ਜਿਵੇਂ 60 ਮਿੰਟਾਂ ਦਾ ਇੱਕ ਆਵਰ ਹੁੰਦਾ ਅਤੇ ਇਉਂ 24 ਮਿੰਟਾਂ ਦੀ ਘੜੀ ਹੈ। 7.5 ਘੜੀਆਂ ਦਾ ਇੱਕ ਪਹਿਰ ਹੁੰਦਾ, ਜਾਂ 3 ਘੰਟਿਆਂ ਦਾ ਇੱਕ ਪਹਿਰ। ਅਤੇ 4 ਪਹਿਰ ਦਾ ਦਿਨ ਮੰਨਿਆ, ਜਾਂ 12 ਘੰਟੇ ਦਾ ਦਿਨ, ਅਤੇ 4 ਪਹਿਰ ਦੀ ਰਾਤ ਮੰਨੀ ਹੈ। ਆਮ ਤੌਰ 'ਤੇ 6 ਤੋਂ 6, ਸਵੇਰ ਦੇ 6 ਤੋਂ ਸ਼ਾਮ ਦੇ 6 ਤੱਕ ਦਿਨ ਦਾ ਪਹਿਰ ਹੈ, ਅਤੇ ਸ਼ਾਮ ਦੇ 6 ਤੋਂ ਸਵੇਰ ਦੇ 6 ਤੱਕ ਰਾਤ ਦਾ ਪਹਿਰ ਹੈ। ਦੇ ਜਿਹੜਾ ਰਾਤ ਦਾ ਪਹਿਲਾ ਪਹਿਰ ਹੈ 9 ਵਜੇ ਤੱਕ, ਉਦੋਂ ਵੀ ਸੌਣ ਦੀ ਆਗਿਆ ਨਹੀਂ। ਰਹਿਰਸ ਦਾ ਪਾਠ ਕਰਨਾ, ਭਜਨ ਬੰਦਗੀ ਕਰਨੀ, ਸੰਗਤ ਕਰਨੀ। ਜਿਹੜਾ ਆਖਰ ਵਾਲਾ ਪਹਿਰ ਹੈ 3 ਤੋਂ 6 ਦਾ, ਉਦੋਂ ਵੀ ਸੌਣ ਦੀ ਆਗਿਆ ਨਹੀਂ। ਜਿਹੜੇ ਵਿਚਕਾਰਲੇ 2 ਪਹਿਰ ਨੇ 9 ਤੋਂ 12 ਅਤੇ 12 ਤੋਂ 3, ਆਮ ਜਿਹੜਾ ਦੁਨਿਆਵੀ ਬੰਦਾ ਹੈ ਉਹ 2 ਪਹਿਰ ਦੀ ਨੀਂਦ ਲੈਂਦਾ ਹੈ। ਬੱਚਿਆਂ ਦੀ ਨੀਂਦ ਕੁਛ ਇਹਦੇ ਨਾਲੋਂ ਜ਼ਿਆਦਾ ਹੁੰਦੀ ਹੈ, ਅਤੇ ਕੰਮਕਾਰ ਵਾਲਾ ਬੰਦਾ 2 ਪਹਿਰ ਦੀ ਨੀਂਦ ਦੇ ਵਿੱਚ ਹਲਕਾ ਫੁੱਲ ਹੋ ਜਾਂਦਾ। ਜਿਹੜੇ ਸੰਤ ਨੇ ਉਹ ਰਾਤ ਦੇ 2 ਪਹਿਰ ਪਹਿਲੇ ਜਾਗਦੇ ਨੇ, ਅਤੇ ਰਾਤ ਦਾ ਜਿਹੜਾ ਆਖਰੀ ਪਹਿਰ ਹੈ ਉਦੋਂ ਉੱਠ ਕੇ ਬੈਠਦੇ ਨੇ, ਜਾਂ ਰਾਤ ਦਾ ਇੱਕ ਪਹਿਰ ਜਾਗਦੇ ਅਤੇ ਰਾਤ ਦਾ ਦੂਜਾ ਪਹਿਰ ਵਿਰਾਜ ਕੇ 3 ਕੁ ਜਾਂ 4 ਘੰਟਿਆਂ 'ਚ ਹੀ ਬ੍ਰਹਮ ਗਿਆਨੀ ਆਪਦੀ ਨੀਂਦ ਤਾਂ 2 ਘੰਟਿਆਂ 'ਚ ਹੀ ਪੂਰੀ ਕਰ ਲੈਂਦਾ। ਜਿਹੜੇ ਜਗਿਆਸੂ ਨੇ, ਗੁਰਮੁਖ ਨੇ, ਨਾਮ ਅਭਿਆਸੀ ਨੇ, ਉਹ 3 ਜਾਂ 4 ਘੰਟਿਆਂ 'ਚ ਆਪਦੀ ਨੀਂਦ ਸਮਾਪਤ ਕਰ ਦਿੰਦੇ। ਰਾਤ ਦੇ 12 ਵਜੇ ਜਾਂ 1 ਵਜੇ ਉੱਠ ਕੇ ਬੈਠ ਜਾਂਦੇ ਨੇ, ਫਿਰ ਸੌਂਦੇ ਨਹੀਂ। ਤੋ ਇਸ ਤਰ੍ਹਾਂ ਗੁਰਮੁਖ ਗੁਰਸਿੱਖ ਸਮੇਂ ਨੂੰ ਸਫਲ ਬਣਾਉਂਦੇ ਨੇ। ਪਰ ਸਾਡਾ ਸੋ ਜਿਹੜੇ ਇਹ 8 ਪਹਿਰ ਹਨ, ਇੱਕ ਤਰੀਕ ਬਦਲ ਜਾਂਦੀ ਹੈ। 15 ਤਰੀਕਾਂ ਦਾ ਹਨੇਰ ਪੱਖ ਅਤੇ 15 ਦਾ ਚਾਨਣ ਪੱਖ, 30 ਤਰੀਕਾਂ ਦਾ ਇੱਕ ਮਹੀਨਾ ਅਤੇ 12 ਮਹੀਨਿਆਂ ਦਾ ਸਾਲ ਅਤੇ 100 ਸਾਲਾਂ ਦੀ ਇੱਕ ਸਦੀ। ਇਉਂ ਸਮਾਂ ਗੁਜ਼ਰਦਾ ਜਾਂਦਾ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਸੀਜੈ, ਕਾਲ ਇਹੇਰੀ ਫਿਰੈ ਬਦਕ ਜਿਉ, ਕਹੋ ਕਮਨ ਵਿਦ ਕੀਜੈ। ਸੋ ਜ਼ਿੰਦਗੀ ਦਾ ਜਿਹੜਾ ਵੀ ਦਿਨ ਆਉਂਦਾ ਉਹ ਦਿਨ ਚਲਿਆ ਜਾਂਦਾ, ਉਮਰ ਘਟਦੀ ਜਾਂਦੀ ਹੈ। ਜਿਹੜੇ ਬਰਥਡੇ ਮਨਾਉਂਦੇ ਨੇ, ਮੈਨੂੰ ਤਾਂ ਉਹਨਾਂ 'ਤੇ ਹਾਸਾ ਆਉਂਦਾ। ਜੇ ਮੈਨੂੰ ਕੋਈ ਵਿਸ਼ ਕਰੇ ਤਾਂ ਮੈਨੂੰ ਬੜਾ ਗੁੱਸਾ ਚੜ੍ਹਦਾ। ਕਾਰਨ ਕੀ ਹੈ ਵੀ ਇਹਦੀ ਵਿਸ਼ ਵਾਲਾ ਕੰਮ ਹੀ ਕੋਈ ਨਹੀਂ। ਕਾਹਦੀ ਵਿਸ਼ ਹੈ? ਇਹਦਾ ਅਫਸੋਸ ਕਰਨਾ ਚਾਹੀਦਾ, ਰੋਣਾ ਚਾਹੀਦਾ ਆਪਦੇ ਕਰਮਾਂ ਨੂੰ ਬਹਿ ਕੇ ਵੀ 45 ਸਾਲ ਦੀ ਉਮਰ ਹੋ ਗਈ, ਕਾਹਦਾ ਬਰਥਡੇ ਆ, ਕੀ ਕੀਤਾ? ਜੇ ਧਰਮ ਰਾਜਾ ਹੁਣੇ ਆ ਕੇ ਕੰਨ ਪੁੱਟ ਕੇ ਪੁੱਛੇ ਵੀ ਦੱਸ 45 ਸਾਲ 'ਚ ਕੀ ਤੂੰ ਖੱਟਿਆ ਅਤੇ ਕੀ ਕਮਾਇਆ, ਮਰਨ ਤੋਂ ਬਾਅਦ ਤਾਂ ਬੜਾ ਪੁੱਛਣਾ, ਉਹ ਤਾਂ ਆਪਾਂ ਬੋਲ ਨਹੀਂ ਸਕਦੇ, ਨਾ ਸਾਨੂੰ ਪਤਾ ਚੱਲਦਾ। ਜੇ ਹੁਣੇ ਹੀ ਆ ਕੇ ਸਾਨੂੰ ਪੁੱਛ ਲੈ ਵੀ ਭਲਿਆ ਮਾਨਸਾ ਤੂੰ ਦੱਸ, ਗੱਲਾਂ ਤੋਂ ਮਾਰਦਾ, ਕਿਸੇ ਨੂੰ ਟਿਕਣ ਨਹੀਂ ਦਿੰਦਾ ਟਕੇ ਟਕੇ ਦੀਆਂ, ਅਤੇ ਤੂੰ ਦੱਸ ਵੀ ਤੂੰ ਕੀ ਖੱਟਿਆ, ਕਿਆ ਤੈਂ ਖੱਟਿਆ? ਜੋ ਸਵਾਸਾਂ ਦੀ ਪੂੰਜੀ ਰੱਬ ਨੇ ਤੈਨੂੰ ਦੇ ਕੇ ਭੇਜੀ ਸੀ, ਕਿੰਨੇ ਪੈਸੇ ਤੋਂ ਖਰਚ ਲਏ ਨੇ ਅਤੇ ਕਿੱਥੇ ਖਰਚੇ ਨੇ, ਸਾਨੂੰ ਪੂਰਾ ਹਿਸਾਬ ਦੇ। ਕਿਉਂਕਿ ਜਿਹੜੀ ਮਨੀ ਹੈ ਇਹ ਕਿਸੇ ਦੀ ਹੈ, ਪਰਮਾਤਮਾ ਨੇ ਸਾਨੂੰ ਇੱਕ ਗਿਫਟ ਦਿੱਤਾ ਹੋਇਆ। ਜਿਹੜੀ ਚੀਜ਼ ਗਿਫਟ 'ਚ ਮਿਲੀ ਹੋਵੇ ਉਹਦੀ ਕੀਮਤ ਬੰਦੇ ਨੂੰ ਪਤਾ ਨਹੀਂ ਹੁੰਦੀ। ਜਿਹੜੀ ਹੱਕ ਹਲਾਲ ਦੀ ਕਮਾਈ, ਹੱਡ ਭੰਨ ਕੇ ਮਿਹਨਤ ਕੀਤੀ, ਉਹ ਰੁਪਈਆ ਰੁਪਈਆ। ਕਮਲਾ ਬੰਦਾ ਵੀ ਨਾ, ਜਿਹਨੂੰ ਕੱਖ ਵੀ ਨਹੀਂ ਆਉਂਦਾ, ਉਹਨੂੰ ਵੀ ਰੁਪਈਏ ਦੀ ਪਹਿਚਾਣ ਹੈ। ਉਹ ਵੀ ਸ਼ਹਿਰ ਆ ਕੇ 1-1 ਰੁਪਈਆ ਗਿਣ ਕੇ ਖਰਚੂਗਾ। ਜਿਸ ਮੁੰਡੇ ਨੇ ਪਿਓ ਦੀ ਕਮਾਈ ਨੂੰ ਹੀ ਬੋਝੀ 'ਚ ਪਾਇਆ ਹੋਇਆ, ਉਹਨੂੰ ਕੀ ਪਤਾ ਕਿ ਸਾਡੇ ਪਿਓ ਨੇ ਕਿਵੇਂ ਕਮਾਈ ਹੈ। ਇਹ ਕਮਾਈ ਬਾਬਾ ਹਨੂੰਮਾਨ ਸਿੰਘ ਦੀ ਲੰਗਰ 'ਚ ਆਪਾਂ ਖਾ ਰਹੇ ਹਾਂ। ਆਹ ਜਿਹੜੇ ਬਸਤਰ ਪਹਿਨੇ ਹੋਏ ਨੇ, ਆਹ ਦਿਵਾਲੀ ਦਾ 1200 ਮਿਲਿਆ ਅਤੇ ਨਾਲੇ ਚੋਲਾ ਮਿਲਿਆ, ਇਹ ਬਾਬੇ ਹਨੂੰਮਾਨ ਸਿੰਘ ਸ਼ਹੀਦਾਂ ਦੀ ਕਮਾਈ ਹੈ ਜੋ ਅਸੀਂ ਪਹਿਨੀ ਹੋਈ ਹੈ। ਜਿਸ ਦਿਨ ਆਪਦੀ ਹੋਏਗੀ ਫਿਰ ਪਤਾ ਚੱਲੂਗਾ।
ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਮਾਈ ਹੈ, ਜੋ ਸੰਗਤ ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵਧੋ ਜਾਈ। ਸੋਢੀ ਸੁਲਤਾਨ ਪਾਤਸ਼ਾਹ ਗੁਰੂ ਰਾਮਦਾਸ ਦੀ ਕਮਾਈ ਹੈ, ਜਿੱਥੋਂ ਬਖਸ਼ਿਸ਼ ਲੈ ਕੇ ਅਸੀਂ ਆਪ ਦੀ ਸੇਵਾ ਕਰ ਰਹੇ ਹਾਂ। ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀ ਬਾਣ ਨੂੰ ਬੁਲਾਇਆ, ਚੱਲ ਉਧਰ ਹਾਲ ਦੀ ਬਾਣ ਨੂੰ ਬੁਲਾਇਆ, ਹਰ ਫਰਮਾਨ ਦਰਗੇ ਕਾ ਆਇਆ। ਰੱਬ ਦੀ ਦਰਗਾਹ ਦਾ ਫਰਮਾਨ ਆ ਜਾਵੇਗਾ, ਮੁੜ ਕੇ ਜਵਾਬ ਨਹੀਂ ਹੋਣਾ। ਕਿਉਂ ਵੱਡੇ ਬੁੱਢੇ ਕਾਹਦਾ ਜਨਮ ਦਿਨ ਦੀ ਖੁਸ਼ੀ ਬੰਦਾ ਕਿਉਂ ਮਨਾਉਂਦਾ ਵੀ ਮੈਂ ਇੰਨਾ ਵੱਡਾ ਹੋ ਗਿਆ? ਉਹ ਮੂਰਖਾ ਵੱਡਾ ਨਹੀਂ ਹੋਇਆ। ਜਿੰਨੀ ਉਮਰ ਪ੍ਰਮਾਤਮਾ ਨੇ ਜੇ 60 ਸਾਲ ਲਿਖੀ ਹੈ ਤੇ 45 ਸਾਲ ਤੂੰ ਛੋਟਾ ਹੋ ਗਿਆ। ਇਹ ਜਾਦੂ ਦੀ ਪੌੜੀ ਹੈ। ਜਾਦੂ ਦੀ ਪੌੜੀ ਬੰਦਾ ਸੋਚਦਾ ਕਿ ਮੈਂ ਉੱਚਾ ਚੜ੍ਹ ਰਿਹਾ, ਪਰ ਮਹਾਰਾਜ ਨੇ ਲੌਜਿਕ ਦਿੱਤਾ ਹੈ, ਉੱਚਾ ਚੜ੍ਹੈ ਸੋ ਪਵੇ ਪਿਆਲਾ। ਜਿੰਨਾ ਬੰਦਾ ਕੋਈ ਉੱਚਾ ਚੜ੍ਹ ਕੇ ਡਿੱਗਦਾ ਉਨੀ ਸੱਟ ਜ਼ਿਆਦਾ ਲੱਗਦੀ ਹੈ, ਉਹ ਬਚਦਾ ਨਹੀਂ। ਹੇਠਾਂ ਵਾਲਾ ਤਾਂ ਭਾਵੇਂ ਮਾੜਾ ਮੋਟਾ ਬਚਾਅ ਹੋ ਜਾਏ। ਆਮ ਤੌਰ 'ਤੇ ਮਾਈਆਂ ਬੀਬੀਆਂ ਕਹਿੰਦੀਆਂ ਹੁੰਦੀਆਂ ਵੀ ਕਾਕਾ ਹੱਸੋ ਨਾ, ਕਿਉਂਕਿ ਸਭ ਕੁਝ ਉਲਟ ਪੁਲਟ ਹੈ। ਇਨਸਾਨ ਜੋ ਸਮਝਦਾ ਸੋ ਨਹੀਂ ਹੈ, ਜੋ ਸਾਡੀ ਸਮਝ ਤੋਂ ਬਾਹਰ ਹੈ ਸੋ ਹੈ। ਕਹਿੰਦੇ ਹਨ ਕਿ ਹਰਖੰ ਤਾਂ ਸੋਗੰ ਭੋਗੰ ਤਾਂ ਰੋਗੰ। ਜਿੱਥੇ ਭੋਗ ਨੇ ਉੱਥੇ ਰੋਗ ਨੇ, ਜਿੱਥੇ ਹਾਸਾ ਮਖੌਲ ਹੈ, ਜਿੱਥੇ ਖੁਸ਼ੀ ਹੈ ਉੱਥੇ ਰੋਣਾ ਵੀ ਹੈ। ਜਿੱਥੇ ਉੱਚਾ ਪੁਣਾ ਹੈ ਉੱਥੇ ਬੰਦਾ ਡਿੱਗ ਵੀ ਜਾਂਦਾ ਹੈ। ਤਾਂ ਜਿੰਨਾ ਉੱਚਾ ਡਿੱਗੇਗਾ ਉਨੀ ਸੱਟ ਜ਼ਿਆਦਾ ਲੱਗੇਗੀ। ਤਾਂ ਉੱਚਾ ਚੜ੍ਹੇ ਸੋ ਪਵੇ ਪਿਆਲਾ, ਧਰਨ ਪੜ੍ਹੇ ਤਿਸ ਲੱਗੇ ਨਾ ਕਾਲਾ। ਜਿਹੜਾ ਬਰਥਡੇ ਵਾਲੇ ਦਿਨ ਖੁਸ਼ੀ ਮਨਾਉਂਦਾ ਵੀ ਮੈਂ ਵੱਡਾ ਹੋ ਗਿਆ, ਅੱਜ ਮੇਰਾ ਜਨਮ ਦਿਨ ਹੈ, ਤੇ ਉਹ ਸਮਝ ਲਓ ਵੀ ਓਨੇ ਸਾਈਲ ਮਾਈਨਸ ਹੋ ਕੇ ਉਹ ਛੋਟਾ ਹੋ ਗਿਆ, ਵੱਡਾ ਨਹੀਂ ਹੋਇਆ। ਜੇ 60 ਸਾਲ ਦੀ ਉਮਰ ਹੈ ਤੇ 15 ਸਾਲ ਮਸਾਂ ਰਹਿ ਗਏ, 90 ਦੀ ਹੈ ਤੇ 25 ਰਹਿ ਗਏ। ਮਤਲਬ ਜ਼ਿਆਦਾ ਤਾਂ ਭੋਗ ਲਈ ਹੈ, ਖੁਸ਼ੀ ਕਾਹਦੀ? ਗੁਰੂ ਘਰ ਆ ਕੇ ਅਰਦਾਸ ਕਰਨੀ ਚਾਹੀਦੀ, ਆਪ ਦੇ ਕਰਮਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਤਾਂ ਇਸ ਲਈ ਕਈ ਮਰਿਆਂ ਤੋਂ ਬਾਅਦ ਵੀ ਮਨਾਈ ਜਾਣਗੇ, ਕਈ ਮਰਨ ਕਿਨਾਰੇ ਵੀ ਮਨਾਉਣਗੇ। ਕਿਉਂ? ਜਨਮ ਦਿਨ ਤਾਂ ਉੱਕਾ ਹੀ ਨਹੀਂ ਮਨਾਉਣੇ ਚਾਹੀਦੇ। ਜੇ ਮਨਾਉਣੇ ਨੇ, ਇੱਕ ਪ੍ਰੇਮੀ ਇੱਧਰ ਮੋਹਾਲੀ 10 ਫੀਸ ਹਰ ਸਾਲ ਦੇ ਸਾਲ, ਸ਼ਾਇਦ ਪਰਮਾਤਮਾ ਨੇ ਉਹਨਾਂ ਨੂੰ ਬੱਚੇ ਦੀ ਘਾਟ ਦਿੱਤੀ ਹੈ, ਤੇ ਬੱਚੇ ਦੀ ਚਾਹਨਾ ਉਹਨਾਂ ਦੇ ਮਨ ਵਿੱਚ ਜਾਂ ਸ਼ਰਧਾ ਭਾਵਨਾ ਲਾ ਲਓ, ਉਹ ਸਾਹਿਬਜ਼ਾਦਿਆਂ ਦਾ ਦਿਨ ਮਨਾਉਂਦੇ ਹਨ। ਸਾਲ ਬਾਅਦ ਅਖੰਡ ਪਾਠ ਕਰਾਉਂਦੇ ਨੇ, ਅਰਦਾਸ ਕੀ ਕਰਾਉਂਦੇ ਨੇ ਕਿ ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ ਨਾਮ 'ਤੇ ਉਹਨਾਂ ਦਾ ਜਨਮ ਦਿਨ ਲਾ ਲਓ ਜਾਂ ਸ਼ਹੀਦੀ ਦਿਨ ਲਾ ਲਓ, ਉਹਨਾਂ ਦੀ ਯਾਦ ਵਿੱਚ ਮਹਾਰਾਜ ਤੇਰੀ ਬਾਣੀ ਦਾ ਭੋਗ ਪਵਾਇਆ, ਕਿਰਪਾ ਕਰੋ। ਕਿਉਂ? ਜਨਮ ਦਿਨ ਮਨਾਓ ਬਾਬਾ ਜ਼ੋਰਾਵਰ ਸਿੰਘ ਦਾ ਅਤੇ ਬਾਬਾ ਫਤਿਹ ਸਿੰਘ ਦਾ, ਆਪ ਦੇ ਬੱਚਿਆਂ ਦਾ ਨਹੀਂ। ਜੇ ਬਰਸੀ ਮਨਾਓ ਤੇ ਸ਼ਹੀਦਾਂ ਦੀ ਮਨਾਓ। ਜਨਮ ਦਿਨ ਮਨਾਓ ਬਾਬਾ ਦੀਪ ਸਿੰਘ ਦਾ, ਬਾਬੇ ਹਨੂੰਮਾਨ ਸਿੰਘ ਦਾ। ਜਿੰਨੇ ਵੀ ਗੁਰਪੁਰਬ ਨੇ ਇਹ ਗੁਰੂਆਂ ਦੇ ਮਨਾਉਣੇ ਚਾਹੀਦੇ ਨੇ, ਆਪ ਦੀ ਹੀ ਧੂਪ ਨਹੀਂ ਦਿਖਾਉਣੀ ਚਾਹੀਦੀ, ਕਿਉਂਕਿ ਅਸੀਂ ਇਨਸਾਨ ਹਾਂ। ਭਗਵਾਨ ਦਾ ਨਾਮ ਲਵਾਂਗੇ, ਉਹਦੀ ਅਰਦਾਸ ਕਰਾਂਗੇ, ਉਹਦੀ ਯਾਦ ਵਿੱਚ ਜੁੜਾਂਗੇ ਤਾਂ ਅਵਸਥਾ ਉੱਚੀ ਹੋਵੇਗੀ। ਜੇ ਆਪ ਦਾ ਹੀ ਕਰੀ ਗਏ ਫਿਰ ਦੁਨੀਆ ਵਿੱਚ ਮਨ ਜੁੜੇਗਾ। ਇਸ ਲਈ ਮਹਾਰਾਜ ਕਹਿੰਦੇ ਨੇ ਜਿਹੜਾ ਦਿਨ ਆਇਆ ਹੈ ਉਹ ਦਿਨ ਚਲਿਆ ਜਾਣ ਵਾਲਾ, ਕੁਛ ਵੀ ਨਵਾਂ ਨਹੀਂ ਹੈ, ਜਾਂ ਸਭ ਕੁਛ ਹੀ ਨਵਾਂ ਹੈ। ਜੋ ਕੁਛ ਵੀ ਆਉਂਦਾ ਨਵਾਂ ਆਉਂਦਾ ਤੇ ਇੱਕ ਸੈਕਿੰਡ ਬਾਅਦ ਉਹ ਪੁਰਾਣਾ ਹੋ ਜਾਂਦਾ ਹੈ। ਇਉਂ ਉਮਰ ਜਿਹੜੀ ਹੈ ਇਹ ਗੁਜ਼ਰਦੀ ਗੁਜ਼ਰਦੀ ਗੁਜ਼ਰੀ ਜਾ ਰਹੀ ਹੈ। ਸੋ ਦਿਨ ਜਾਹੀ, ਉਹ ਦਿਨ ਚਲਿਆ ਜਾਵੇਗਾ, ਉਮਰ ਘਟਦੀ ਜਾ ਰਹੀ ਹੈ। ਕਾਚੀ ਗਾਗਰ ਨੀਰ ਪਰਤ ਹੈ, ਜਾਂ ਤਨ ਕੀ ਇਹ ਬੁਢਾਈ। ਜਿਹੜੀ ਕੱਚੀ ਗਾਗਰ ਹੈ ਉਹ 'ਚੋਂ ਪਾਣੀ ਸਿਮਦਾ ਸਿਮਦਾ ਸਿਮ ਜਾਵੇਗਾ। ਇਹ ਸਰੀਰ ਦੇ ਵਿੱਚੋਂ ਸਵਾਸਾਂ ਰੂਪੀ ਪਾਣੀ ਨਿਕਲਦਾ ਨਿਕਲਦਾ ਨਿਕਲ ਜਾਵੇਗਾ। ਕਬੀਰ ਗਾਗਰ ਜਲ ਭਰੀ,
ਆਜ ਕੱਲ੍ਹ ਜੈ ਹੈ ਫੂਟ। ਇਹ ਗਾਗਰ ਜਲ ਦੀ ਭਰੀ ਹੋਈ ਹੈ, ਅੱਜ ਕੱਲ੍ਹ ਫੁੱਟ ਜਾਵੇਗੀ। ਗੁਰ ਜੋ ਨਾ ਚੇਤੈ ਆਪਣੋ ਅਦਮਾਜ ਲੀਜੇ ਗਏ। ਲੋੜ ਜਿਹੜੀ ਆਪਦੇ ਗੁਰੂ ਦਾ ਹੁਕਮ ਮੰਨ ਕੇ ਪਰਮਾਤਮਾ ਦਾ ਚੇਤਾ ਨਹੀਂ ਕਰਕੇ ਕਰਦੇ, ਉਹ ਅੱਧ ਵਿਚਾਲੇ ਵਿੱਚੋਂ ਲੁੱਟ ਲਏ ਜਾਣਗੇ। ਕਰਨਾ ਕੂਚ। ਇਹ ਸੰਸਾਰ ਤੋਂ ਸਭਨਾਂ ਨੇ ਕੂਚ ਕਰ ਜਾਣਾ, ਰਵਾਨਾ ਹੋਣਾ ਹੈ। ਰਹਿਣ ਥਿਰ ਨਾਹੀ। ਜਿੱਥੇ ਅਸੀਂ ਬੈਠੇ ਹੋਏ ਹਾਂ, ਸਾਡੇ ਤੋਂ ਪਹਿਲਾਂ ਕਈ ਬੈਠ ਕੇ ਚਲੇ ਗਏ ਹਨ। ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ। ਹੰਕਾਰ ਕਾਹਦਾ? ਕੋਈ ਕਬਜ਼ਾ ਨਹੀਂ ਹੈ। ਤੋ ਇਸ ਵਾਸਤੇ ਸਾਡਾ ਵੀ ਸਮਾਂ ਜਦ ਪੂਰਾ ਹੋ ਗਿਆ, ਸਾਨੂੰ ਵੀ ਉੱਠ ਕੇ ਜਾਣਾ ਪਵੇਗਾ। ਸੰਗ ਚਲਤ ਹੈ ਹਮ ਵੀ ਚੱਲਣਾ। ਅਗਲੀ ਪੰਕਤੀ ਵਿੱਚ ਤੁਸੀਂ ਇਹ ਸੁਣੋਗੇ। ਸਾਡੇ ਸੰਗੀ ਸਾਥੀ ਮਿੱਤਰ ਦੋਸਤ ਖਬਰਾਂ ਆਉਂਦੀਆਂ ਨੇ ਕਿ ਉਹ ਚਲੇ ਗਏ ਹਨ, ਜਾਣਾ ਸਾਨੂੰ ਵੀ ਪੈਣਾ ਹੈ। ਇਹ ਸੰਸਾਰ ਤੋਂ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਵਾਰੀ ਆਪੋ ਆਪਣੀ, ਕੋਈ ਨਾ ਬੰਦੇ ਧੀਰ। ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ, ਕੋਈ ਨਾ ਬੰਦੇ ਧੀਰ। ਸਭਨਾਂ ਨੇ ਰਵਾਨਾ ਹੋ ਜਾਣਾ ਹੈ। ਇਹ ਮੇਲਾ ਹਮੇਸ਼ਾ ਭਰਿਆ ਨਹੀਂ ਰਹਿੰਦਾ, ਇਸ ਲਈ ਭਰਿਆ ਮੇਲਾ ਆਪਦੀ ਮਰਜ਼ੀ ਨਾਲ ਖੁਸ਼ੀ ਨਾਲ ਬੰਦਾ ਛੱਡ ਦੇ ਤਾਂ ਚੜ੍ਹਦੀ ਕਲਾ, ਨਹੀਂ ਤਾਂ ਜੇ ਉੱਜੜ ਜਾਏ ਮੁੜ ਕੇ ਰੋ ਕੇ ਫਿਰ ਜਾਣਾ ਪਏਗਾ। ਇਉਂ ਨਦੀ ਦੇ ਕਿਨਾਰੇ ਇਨਸਾਨ ਖਲੋਤਾ ਸੋਚਦਾ ਕਿ ਨਦੀ ਭਰੀ ਹੋਈ ਹੈ, ਪਰ ਅਸਲ ਦੇ ਵਿੱਚ ਭਰੀ ਹੋਈ ਨਹੀਂ ਹੈ। ਪਿੱਛੋਂ ਪਾਣੀ ਆ ਰਿਹਾ, ਅੱਗੇ ਨੂੰ ਤੁਰਿਆ ਜਾ ਰਿਹਾ। ਜੇ ਪਿਛਲਾ ਪਾਣੀ ਆਉਣਾ ਬੰਦ ਹੋ ਜਾਏ ਅਤੇ ਜਿਹੜਾ ਪਾਣੀ ਆਪਾਂ ਦੇਖ ਰਹੇ ਹੋ ਅੱਗੇ ਨੂੰ ਤੁਰ ਜਾਏ, ਨਦੀ ਵਿੱਚ ਤਾਂ ਕੁਛ ਵੀ ਨਹੀਂ ਹੈ, ਉਹ ਤਾਂ ਖਾਲੀ ਹੋਈ ਹੈ। ਇਉਂ ਪਿੱਛੋਂ ਸੰਸਾਰ ਜਨਮ ਲੈ ਕੇ ਆ ਰਿਹਾ, ਅੱਗੇ ਨੂੰ ਬਜ਼ੁਰਗ ਤੁਰੇ ਜਾ ਰਹੇ ਨੇ। ਉਹ ਵੇਖਣ ਨੂੰ ਭਰਿਆ ਜਾਪਦਾ, ਪਰ ਇਹ ਤਾਂ ਹੈ ਕੁਛ ਨਹੀਂ। ਸੋ ਕਰਨਾ ਕੂਚ। ਸਭਨਾਂ ਨੇ ਕੂਚ ਕਰਕੇ ਇੱਥੋਂ ਚਲੇ ਜਾਣਾ ਹੈ। ਜਿੰਨਾ ਕਿਸੇ ਦਾ ਵੀਜ਼ਾ ਸਮਾਂ ਪੂਰਾ ਹੋ ਗਿਆ, ਉਹਦੇ ਤੋਂ ਬਾਅਦ ਕੰਟਰੀ ਆਊਟ ਕਰਨੀ ਪੈਣੀ ਹੈ। ਇੱਥੋਂ ਪਰਲੋਕ ਨੂੰ ਰਵਾਨਗੀ ਪਾਉਣੀ ਪੈਣੀ ਹੈ। ਸੰਗ ਚਲਤ ਹੈ ਹਮ ਵੀ ਚੱਲਣਾ। ਰਹਿਣ ਥਿਰ ਨਾਹੀ। ਇੱਥੇ ਜਿਹੜਾ ਰਹਿਣਾ ਸਥਿਤੀ ਵਾਲਾ ਨਹੀਂ, ਸਥਿਰਤਾ ਵਾਲਾ ਨਹੀਂ ਹੈ। ਦੁਨੀਆ ਮੁਕਾਮੇ ਫਾਨੀ। ਇਹਦਾ ਨਾਮ ਹੀ ਦੋ ਨੀਹਾਂ। ਜੰਮਣ ਦੀ ਨੀਂਹ ਰੱਬ ਬਾਅਦ ਵਿੱਚ ਰੱਖਦਾ, ਮਰਨ ਦੀ ਪਹਿਲਾਂ ਰੱਖ ਦਿੰਦਾ। ਬੱਚੇ ਦੇ ਮੱਥੇ ਉੱਪਰ ਪਹਿਲਾਂ ਰੱਬ ਮਰਨਾ ਲਿਖਦਾ ਹੈ ਕਿ ਇਹਨੇ ਕਿਸ ਦਿਨ, ਕਿਹੜੀ ਤਰੀਕ ਨੂੰ, ਕਿਹੜੇ ਸਮੇਂ 'ਤੇ, ਕਿਸ ਬਹਾਨੇ ਨਾਲ ਮਰਨਾ। ਕਿਸੇ ਬਿਮਾਰੀ ਨਾਲ ਜਾਂ ਕਿਸੇ ਐਕਸੀਡੈਂਟ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਮਰਨ ਲਿਖਾਏ। ਮੰਡਲ ਮੈਂ ਆਏ। ਮੰਡਲ ਵਿੱਚ ਜੀਵ ਬਾਅਦ ਵਿੱਚ ਆਏ ਨੇ, ਮਰਨਾ ਪਹਿਲੋਂ ਲਿਖਾਇਆ ਹੋਇਆ ਹੈ। ਅਸਥਿਰਤਾ ਵਾਲੀ ਕੰਮ ਨਹੀਂ। ਦੁਨੀਆ ਨਾਮ ਹੀ ਇਸੇ ਕਰਕੇ ਹੈ ਕਿ ਇਹ ਲੋਕ ਦੀ ਨੀਂਹ ਅਤੇ ਪਰਲੋਕ ਦੀ ਨੀਂਹ, ਦੋ ਨੀਹਾਂ ਨੇ। ਦੁਨੀਆ ਮੁਕਾਮੇ, ਇਹਦਾ ਮੁਕਾਮ, ਇਹਦੀ ਸਥਿਤੀ ਫਾਨੀ, ਫਨਾ ਰੂਪ ਹੈ, ਨਾਸ਼ਵੰਤ ਹੈ। ਦੁਨੀਆ ਮੁਕਾਮੇ ਫਾਨੀ। ਤਹਿਕੀਕ ਦਿਲਦਾਨੀ। ਆਪਣੇ ਦਿਲ ਦੇ ਵਿੱਚ ਤਹਿਕੀਕ ਇਹ ਗੱਲ ਨੂੰ ਸੱਚੀ ਤੂੰ ਦਾਨੀ ਜਾਣ ਲੈ। ਇਹ ਦਾਨੇ ਪੁਰਸ਼ਾ, ਤਾਂ ਤੂੰ ਹੀ ਵੱਡਾ ਹੈ, ਨਹੀਂ ਤਾਂ ਵੱਡਾ ਨਹੀਂ ਕਹਾ ਸਕਦਾ। ਮਮ ਸਰ ਮੂਏ ਅਜ਼ਰਾਈਲ ਗ੍ਰਿਫਤ। ਭੂਤਾਂ ਵਾਲੇ ਬਾਬੇ ਭੂਤਾਂ ਨੂੰ ਕੇਸਾਂ ਤੋਂ ਫੜ ਕੇ ਕਾਬੂ ਕਰਦੇ ਨੇ, ਪਰ ਗੁਰੂ ਘਰ ਦੇ ਵਿੱਚ ਕੇਸ ਗੁਰੂ ਕੀ ਮੋਹਰ ਪਹਿਚਾਨੈ, ਗੁਰਸਮ ਅਦਬ ਕੇਸ ਕੋ ਠਾਨੈ। ਇੱਕ ਵਾਰ ਕਿਸੇ 'ਚ ਬੋਲਣ ਲੱਗ ਪਿਆ ਅੰਮ੍ਰਿਤ ਛਕਾਉਂਦਿਆਂ, ਅਤੇ 5 ਪਿਆਰੇ ਖੜ੍ਹੇ ਸੀਗੇ, ਮੈਂ ਵੀ ਵਿੱਚ ਸੇਵਾ ਨਿਭਾ ਰਿਹਾ। ਮੈਂ ਸੋਚਿਆ, ਮੈਂ ਕਿਹਾ ਵੀ ਉਹ ਬਾਬੇ ਤਾਂ ਕੇਸਾਂ ਤੋਂ ਫੜਦੇ ਨੇ ਵੀ ਭੱਜ ਨਾ ਜਾਏ। ਆਪਾਂ ਹੁਣ 5 ਪਿਆਰਿਆਂ ਦੀ ਸੇਵਾ ਨਿਭਾ ਰਹੇ ਹਾਂ, ਅਤੇ ਅੰਮ੍ਰਿਤ ਛਕੇ ਤੋਂ ਬਾਅਦ ਤਾਂ ਕਹੀਦਾ ਵੀ ਕੇਸਾਂ ਦਾ ਅਦਬ ਕਰਨਾ ਹੈ ਵੀ ਬੀਬੀ, ਅਤੇ ਹੈ ਵੀ ਸਾਡੇ ਮਾਂ ਦੇ ਬਰਾਬਰ ਵੀ। ਇਹ ਬੀਬੀ ਵਿਚਾਰੀ ਲੋਕ ਵੇਖਣ ਵਾਲੇ ਕੀ ਕਹਿਣਗੇ? ਉਹ ਭੂਤ ਬੋਲੀ ਜਾਏ ਜੀ ਹੋਰ ਹੀ ਤਰ੍ਹਾਂ। ਅਤੇ ਮੈਨੂੰ ਕੁਝ ਸੁੱਝੇ ਨਾ, ਕਿਉਂਕਿ ਆਪਾਂ ਕਦੀ ਕੰਮ ਇਹ ਕੀਤਾ ਨਹੀਂ। ਮੈਂ ਤਾਂ ਘਬਰਾ ਗਿਆ, ਕਿਰਪਾਨ ਹੱਥ 'ਚ ਫੜੀ ਹੋਈ।
ਫਿਰ ਮੈਂ ਕਿਹਾ ਮਹਾਰਾਜ ਦੀ ਬਾਣੀ ਜੋ ਹੈ ਚੌਪਈ ਸਾਹਿਬ, ਉਹਦਾ ਕੰਨ ਫੜਿਆ। ਚੌਪਈ ਸਾਹਿਬ 3 ਕੁ ਮਿੰਟਾਂ ਦੀ ਸਾਰੀ, 2.5 ਕੁ ਮਿੰਟਾਂ ਦੀ, ਅਤੇ ਕੰਨ ਵੀ ਮਿੰਟ ਕੁ ਬਾਅਦ ਮੈਂ ਛੱਡਤਾ। ਉਹੀ ਪਾਠ ਪੂਰਾ ਕੀਤਾ। ਸੰਗਤਾਂ ਨੂੰ ਆਖਿਆ ਵੀ ਉੱਚੀ ਉੱਚੀ ਬੋਲੋ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਮਹਾਂਪੁਰਖ ਬਾਬਾ ਆਨੰਦ ਸਿੰਘ ਸਾਹਿਬ ਨਾਨਕਸਰ ਵਾਲਿਆਂ ਦੇ ਬਚਨ ਨੇ ਕਿ ਜਿੰਨਾ ਵੀ ਉੱਚੀ ਬੋਲ ਕੇ ਤੁਸੀਂ ਸੁਖਮਨੀ ਸਾਹਿਬ ਦਾ ਆਪ ਦੇ ਘਰਦਿਆਂ ਨੂੰ ਪਾਠ ਸੁਣਾਓਗੇ, ਓਨਾ ਹੀ ਕਲਯੁਗ ਥਰ ਥਰ ਕੰਬਦਾ ਤੁਹਾਡੇ ਗੇਟ ਤੋਂ ਬਾਹਰ ਭੱਜ ਜਾਊਗਾ। ਜਿੱਥੇ ਪਾਠ ਨਹੀਂ ਕਰੋਗੇ ਉੱਥੇ ਕਦੀ ਨਾ ਕਦੀ ਕਲਯੁਗ ਆਊਗਾ। ਮਤਲਬ ਜਿਨ੍ਹਾਂ ਘਰਾਂ ਦੇ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ, ਉੱਥੇ ਕਲਯੁਗ ਦਾ ਪਹਿਰਾ ਹੁੰਦਾ। ਲੜਾਈ ਝਗੜਾ, 100 ਗੱਲਬਾਤ, ਨਿੰਦਿਆ ਚੁਗਲੀ। ਜਿੱਥੇ ਬਾਣੀ ਦਾ ਪਹਿਰਾ ਹੈ ਉੱਥੇ ਕਲਯੁਗ ਦੜੰਗੇ ਲਾ ਜਾਂਦਾ। ਜਿੰਨਾ ਉੱਚੀ ਬੋਲ ਕੇ ਪੜ੍ਹੋਗੇ ਉਨੀਆਂ ਵੱਧ ਬੁਲਾਵਾਂ। ਜਿਹੜਾ ਤੁਸੀਂ ਸੁਖਮਨੀ ਸਾਹਿਬ ਕਰਾਉਂਦੇ ਹੋ ਜਾਂ ਅਖੰਡ ਪਾਠ ਜਾਂ ਸਹਿਜ ਪਾਠ, ਕਿੰਨਾ ਚੰਗਾ ਹੋਵੇ ਜੇ ਡੇਲੀ ਤੁਸੀਂ ਆਪ ਹੀ ਰੱਖ ਲਓ। ਕਦੋਂ ਬਾਬੇ ਬੁੱਕ ਹੋਣਗੇ, ਕਦੋਂ ਸਾਲ ਬਾਅਦ ਸਾਡੀ ਵਾਰੀ ਆਊਗੀ ਅਤੇ ਕਦੋਂ ਸਾਡੀ ਅਰਦਾਸ ਕਰਨਗੇ, ਤੁਸੀਂ ਆਪ ਦੀ ਖੁਦ ਅਰਦਾਸ ਕਰੋ। ਰੋਜ਼ ਡੇਲੀ ਸੁਖਮਨੀ ਸਾਹਿਬ ਆਪ ਪੜ੍ਹੋ। ਸਹਿਜ ਪਾਠ, ਅਖੰਡ ਪਾਠ ਜਿਹਨੂੰ ਮਹਾਰਾਜ ਨੇ ਕਿਰਪਾ ਕੀਤੀ ਹੈ, ਖੁਦ ਆਪ ਸੇਵਾ ਨਿਭਾਓ। ਸੱਚੇ ਪਾਤਸ਼ਾਹ ਕਿਰਪਾ ਕਰਨ। ਅਤੇ ਉਹ ਬੀਬੀ ਸ਼ਾਂਤ ਹੋ ਗਈ ਜੀ। ਮੁੜ ਕੇ ਬਾਅਦ 'ਚ ਉਹਨੇ ਦੱਸਿਆ, ਕਹਿੰਦੇ ਤੁਸੀਂ ਮੈਨੂੰ ਕਾਬੂ ਕੀਤਾ ਹੋਇਆ। ਮੈਂ ਕਿਹਾ ਵੀ ਅਸੀਂ ਤਾਂ ਤੈਨੂੰ ਫੜਿਆ ਨਹੀਂ ਹੋਇਆ। ਬਾਣੀ ਵੀ ਸਮਾਪਤ ਕਰਦੀ, ਫਤਿਹ ਬੁਲਾਤੀ। ਕਹਿੰਦਾ ਆ ਜੋ ਸਤਿਨਾਮ ਵਾਹਿਗੁਰੂ ਹੋ ਰਿਹਾ ਹੈ, ਇਹ ਮੇਰੇ 4 ਚੁਫੇਰੇ ਤੁਸੀਂ ਅੱਗ ਬਾਲੀ ਹੋਈ ਹੈ, ਅਤੇ ਮੈਂ ਤੁਹਾਡੀ ਆਗਿਆ ਤੋਂ ਬਗੈਰ ਜਾ ਨਹੀਂ ਸਕਦਾ। ਫਿਰ ਉਹਨੂੰ ਕੁਛ ਗੱਲਾਂ ਬਣਾ ਕੇ ਆਖਿਆ ਵੀ ਮਹਾਰਾਜ ਨੂੰ ਮੱਥਾ ਟੇਕ, ਅਤੇ ਬੀਬੀ ਭੈਣਾਂ ਨੂੰ ਛੱਡ ਕੇ ਤੂੰ ਤਿਆਗ ਕਰਕੇ ਕਿਤੇ ਹੋਰ ਆਪ ਦਾ ਪ੍ਰਬੰਧ ਕਰ। ਸੋ ਇਸ ਵਾਸਤੇ ਮਮਸਰ ਮੂਏ ਅਜ਼ਰਾਈਲ ਖਰਿਫਤਾ। ਮੈਂ ਕੇਸਾਂ ਦੀ ਗੱਲ ਕਰ ਰਿਹਾ ਸੀ ਵੀ ਬੰਦਾ ਕਾਬੂ ਨਾ ਆਵੇ, ਉਹਨੂੰ ਸਿਰ ਦੇ ਵਾਲਾਂ ਤੋਂ ਫੜਦੇ ਨੇ ਲੋਕ। ਗੁਰਸਿੱਖੀ 'ਚ ਤਾਂ ਮਨਾਹੀ ਹੈ। ਜਿਹੜੇ ਸਾਡੇ ਸਿਰ ਦੇ ਕੇਸ ਨੇ, ਵੱਡੇ ਵੱਡੇ ਪਾਟੇ ਖਾਂ ਅਤੇ ਨਾਢੂ ਖਾਂ, ਜਿਹੜੇ ਕੰਮ ਨੇ ਆਪਣਾ ਕਾਬੂ ਨਹੀਂ ਆਉਂਦੇ, ਯਮਦੂਤ ਉਹਨਾਂ ਨੂੰ ਸਿਰ ਦੇ ਵਾਲਾਂ ਤੋਂ ਫੜ ਕੇ ਕਾਬੂ ਕਰਦੇ ਨੇ। ਸੱਚੀ ਗੱਲ ਹੈ। ਵੱਡੇ ਵੱਡੇ ਬੰਦੇ ਉਹ ਬੋਲ ਨਹੀਂ ਸਕਦੇ। ਜਿਹੜਾ ਕੰਸ ਸੀਗਾ, ਜਿਹਨੇ ਸਾਰੀ ਉਮਰ ਵਕਤ ਪਾਈ ਰੱਖਿਆ ਕ੍ਰਿਸ਼ਨ ਨੂੰ, ਅਤੇ ਆਪਦੀ ਭੈਣ ਦੇਵਕੀ ਨੂੰ ਜੇਲ੍ਹ 'ਚ ਰੱਖਿਆ, ਆਪਦੇ ਸਕੇ ਭਣਵਈਏ ਨੂੰ ਦੁਖੀ ਕਰ ਮਾਰਿਆ, ਕਿੰਨੇ ਬੱਚੇ ਉਹਨਾਂ ਦੇ ਮਾਰ ਸੁੱਟੇ। ਇੰਨੀ ਦੁਨੀਆ ਤੋਂ ਕੰਬਦੀ ਸੀਗੀ। ਜਦ ਉਹਦੀ ਮੌਤ ਆਈ ਅਤੇ ਛੋਟਾ ਜਿਹਾ ਕੱਦ ਸੀ ਕ੍ਰਿਸ਼ਨ ਦਾ, ਸਲਿਮ ਜਿਹਾ ਸਰੀਰ, ਮਾਰ ਕੇ ਛਾਲ, ਅਤੇ ਸਿਰ ਦੇ ਵਾਲਾਂ ਤੋਂ ਇਹੋ ਜਿਹਾ ਕਾਬੂ ਕੀਤਾ, ਉਹ ਹਿੱਲ ਹੀ ਨਹੀਂ ਸਕਿਆ, ਕੁਸਕ ਨਹੀਂ ਸਕਿਆ। ਪਟਕਾ ਕੇ ਤਖਤ ਤੋਂ ਥੱਲੇ ਮਾਰਿਆ। ਇਹ ਉਹ ਮਮਸਰ ਮੂਏ ਅਜ਼ਰਾਈਲ ਗ੍ਰਿਫਤ ਹੈ। ਮੇਰੇ ਸਿਰ ਦੇ ਵਾਲ ਅਜ਼ਰਾਈਲ ਮੌਤ ਦੇ ਫਰਿਸ਼ਤੇ ਨੇ ਪਕੜੇ ਹੋਏ ਹਨ। ਮੂਏ ਨਾਮ ਹੈ ਕੇਸਾਂ ਦਾ ਫਾਰਸੀ ਵਿੱਚ। ਦਿਲ ਹੇਚ ਨਾ ਦਾਨੀ, ਉਹ ਦਿਲ ਵਿੱਚ ਰੱਤੀ ਭਰ ਵੀ ਹਿਚਕਚਾਹਟ ਨਹੀਂ ਕਰਦਾ। ਸੋ ਰਹਿਣ ਥਿਰ ਨਾਹੀਂ। ਇਹ ਸੰਸਾਰ ਦਾ ਮੁਕਾਮ ਅਸਥਿਤੀ ਵਾਲਾ, ਹਮੇਸ਼ਾ ਰਹਿਣ ਵਾਲਾ ਨਹੀਂ। ਇਹ ਤਾਂ ਸਰਾਂ ਹੈ, ਇਹ ਤਾਂ ਪ੍ਰਾਹੁਣਚਾਰੀ ਦਾ ਸਮਾਂ। ਆਏ ਰਹਿਣ ਪ੍ਰਾਹੁਣੇ। ਸਰਾਵਾਂ ਦੇ ਵਿੱਚ ਲਿਖ ਕੇ ਲਾਇਆ ਹੁੰਦਾ ਵੀ 1 ਜਾਂ 2 ਦਿਨ ਤੁਸੀਂ ਠਹਿਰ ਸਕਦੇ ਹੋ, ਵੱਧ ਤੋਂ ਵੱਧ 3 ਦਿਨ। ਉਹ ਵੀ ਮੈਨੇਜਰ ਕੋਲੋਂ ਪੁੱਛਣਾ ਪਊਗਾ ਵੀ ਮੈਨੇਜਰ ਸਾਹਿਬ ਅਸੀਂ ਸਰਾਂ ਦਾ ਕਮਰਾ ਵਰਤਣਾ, ਕੁਝ ਦਿਨ ਹੋਰ ਠਹਿਰ ਜਾਈਏ, ਉਹ ਆਗਿਆ ਦਊਗਾ ਤਾਂ। ਸਰਾਂ ਦਾ ਹੀ ਨਿਯਮ ਹੁੰਦਾ ਹੈ, ਪਰਦੇਸੀਆਂ ਵਾਸਤੇ ਹੈ। ਜਿਹੜੇ ਪ੍ਰਾਹੁਣੇ ਨੇ, ਪ੍ਰਾਹੁਣੇ ਉਹ ਵੀ 1 ਰਾਤ ਨਹੀਂ ਤਾਂ ਦੂਜੀ ਰਾਤ ਵੱਧ ਤੋਂ ਵੱਧ ਤੁਸੀਂ ਪ੍ਰੇਮ ਕਰੋਗੇ, ਰੱਖ ਲਓਗੇ। ਸਮਾਂ ਕਿਸੇ ਕੋਲ ਹੈ ਨਹੀਂ, ਨਾ ਰਹਿਣ ਦਾ ਨਾ ਰੱਖਣ ਦਾ। ਇਉਂ ਆਏ ਰਹਿਣ ਪ੍ਰਾਹੁਣੇ, ਅਤੇ ਉੱਠ ਚੱਲ ਸਹਿ ਪ੍ਰਭਾਤ। ਕਿਆ ਤੂੰ ਰਤਾ ਗ੍ਰਸਤ ਸਿਓ, ਸਭ ਫੁੱਲਾਂਗੀ ਗਾ ਬਾਗਾਤ। ਹਰ ਗੁਣ ਗਾਓ ਮਣਾ, ਅਤੇ ਹਰ ਗੁਣ ਗਾਓ ਮਣਾ, ਛੋੜ ਸਗਲ ਗੁਮਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਹੰਕਾਰ ਦਾ ਤਿਆਗ ਕਰ ਦਿਓ ਅਤੇ ਪ੍ਰਭੂ ਪਰਮਾਤਮਾ ਦੇ ਗੁਣ ਗਾਉਣਾ ਕਰੋ। ਤੋ ਜਿਸ ਤਰ੍ਹਾਂ ਪ੍ਰਾਹੁਣੇ ਆਉਂਦੇ ਨੇ, ਤੁਰ ਜਾਂਦੇ ਨੇ, ਸਰਾਂ ਦੇ ਵਿੱਚ ਰਾਹਗੀਰ ਪਰਦੇਸੀ ਆਉਂਦੇ ਤੁਰ ਜਾਂਦੇ ਨੇ, ਇਸੇ ਪ੍ਰਕਾਰ ਜਿਹੜਾ ਪੰਛੀ ਹੁੰਦਾ ਹੈ
ਉਹ ਰਾਤ ਨੂੰ ਦਰਖਤ 'ਤੇ ਆਉਂਦਾ ਹੈ। ਤਰਵਰ ਪੰਖੀ ਬਹੁ ਨਿਸਬਾਸ, ਸਾਜ ਬਿਹਾਗ ਤਕੇ ਆਗਾਸ। ਸਵੇਰ ਆਉਣ ਤੋਂ ਉਹ ਉੱਠ ਕੇ ਤੇ ਤੁਰ ਜਾਂਦਾ, ਉਡਾਰੀ ਮਾਰ ਜਾਂਦਾ। ਜਿੱਥੇ ਅੱਜ ਰਾਤ ਰਿਹਾ ਉੱਥੇ ਅਗਲੀ ਰਾਤ ਨਹੀਂ ਰਹਿੰਦਾ, ਕਿਸੇ ਹੋਰ ਦਰਖਤ 'ਤੇ ਪ੍ਰਬੰਧ ਕਰਦਾ। ਇਉਂ ਆਪਾਂ ਵੀ ਨਹੀਂ ਰਹਿਣਾ ਹੈ। ਸਾਡੇ ਸਾਥੀ ਉਹ ਚਲੇ ਗਏ ਨੇ ਅਤੇ ਸਾਨੂੰ ਵੀ ਜਾਣਾ ਪਵੇਗਾ। ਜਾਂ ਇਸੇ ਪ੍ਰਕਾਰ ਰਹਿਣ ਸੰਗ ਚਲਤ ਹੈ, ਹਮ ਭੀ ਚਲਣਾ। ਸੰਗੀ ਸਾਥੀ ਕਿਹੜੇ? ਆ ਸਾਡੀਆਂ ਅੱਖਾਂ ਜਿਹੜੀਆਂ ਨਾਲ ਆਈਆਂ ਸੀਗੀਆਂ, ਇਹ ਨਿਗਾਹ ਹੁਣ ਘਟ ਗਈ ਹੈ ਅਤੇ ਹੌਲੀ ਹੌਲੀ ਘਟਦੀ ਜਾਣੀ ਹੈ, ਵਧਣ ਦੇ ਕੋਈ ਆਸਾਰ ਨਹੀਂ ਹਨ। ਅਤੇ ਇਉਂ ਜਿਹੜੇ ਕੰਨ ਨੇ, ਕੰਨ ਇਹ ਵੀ ਸੁਣਨ ਨੂੰ ਰਹਿ ਜਾਂਦੇ ਨੇ, ਜ਼ਬਾਨ ਵੀ ਲੜਖੜਾਉਣ ਲੱਗ ਪੈਂਦੀ ਹੈ। ਅਤੇ ਜਿਹੜੇ ਪੈਰ ਹਨ ਅਤੇ ਹੱਥ ਹਨ, ਇਹ ਵੀ ਲੜਖੜਾਉਣ ਲੱਗ ਪੈਂਦੇ। ਚੰਗਾ ਭਲਾ ਬੰਦਾ ਦੁੱਧ ਦਾ ਗਲਾਸ ਉਹਦੇ ਕੋਲੋਂ ਡੁੱਲ ਜਾਂਦਾ, ਇੰਨੇ ਹੱਥ ਪੈਰ ਕੰਬਦੇ ਨੇ। ਇਸ ਲਈ ਜਿਹੜੇ ਸਾਡੇ ਨਾਲ ਆਏ ਸੀ ਇੰਦਰੇ, ਇਹ ਵੀ ਹੌਲੀ ਹੌਲੀ ਕਮਜ਼ੋਰ ਹੁੰਦੇ, ਇਹਨਾਂ ਦੀ ਤਾਕਤ ਚਲੀ ਜਾ ਰਹੀ ਹੈ। ਅਤੇ ਅਸੀਂ ਵੀ ਇੱਕ ਦਿਨ ਮਤਲਬ ਜੀਵ ਆਤਮਾ ਨੇ ਸਰੀਰ ਛੱਡ ਕੇ ਤੁਰ ਜਾਣਾ ਹੈ। ਦੂਰ ਗਵਨ, ਜੇ ਕੋਈ ਪੁੱਛੇ ਕਿ ਜਾਣਾ ਕਿੱਥੇ ਹੈ, ਕਹਿੰਦੇ ਪਰਲੋਕ ਦਾ ਰਸਤਾ ਬਹੁਤ ਦੂਰ ਦਾ ਹੈ। ਅੱਜ ਤੱਕ ਕੋਈ ਦੱਸ ਨਹੀਂ ਸਕਿਆ ਕਿ ਕਿੱਥੇ ਜਾਣਾ ਹੈ। ਇਸੇ ਤਰ੍ਹਾਂ ਦੂਰ ਗਵਨ, ਜੋ ਮਰ ਜਾਣਾ ਬਹੁਤ ਦੂਰ ਸਮਝਿਆ ਸੀਗਾ। ਸਿਰ ਉੱਪਰ ਮਰਨਾ, ਇਹ ਸਾਡੇ ਸਿਰ ਉੱਪਰ ਹੈ। ਹਰ ਜੀਓ ਕਾਲ ਸਦਾ ਸਿਰ ਉੱਪਰ ਠਾਢੇ। ਕਾਲ ਜਿਹੜੀ ਮੌਤ ਹੈ ਸਿਰ ਦੇ ਉੱਪਰ ਕੂਕਾਂ ਮਾਰੀ ਖੜੀ ਹੈ। ਅਤੇ ਜਨਮ ਜਨਮ ਵੈਰਾਈ, ਇਹ ਜਨਮਾਂ ਜਨਮਾਤਰਾਂ ਦੀ ਵੈਰਨ ਬਣੀ ਹੋਈ ਹੈ। ਮੌਤ ਦਾ ਸਮਾਂ ਸਿਰ 'ਤੇ ਮੰਡਰਾ ਰਿਹਾ ਹੈ। ਸੱਜਣ ਮੇਰੇ ਰੰਗੂਲੇ ਜਾਏ ਸੁਤੇ ਜੀ ਰਾਣ। ਮੇਰੇ ਰੰਗਲੇ ਸੱਜਣ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ, ਗਿਆਨੀ ਵਿਰਸਾ ਸਿੰਘ ਜੀ, ਬੜੇ ਗੁਰਮੁਖ। ਰੋਟੀ ਖਾਣ ਦੀ ਭੁੱਖ ਨਹੀਂ ਸੀ ਰਹਿੰਦੀ। ਮੈਂ ਜਦ ਵੀ ਅੰਮ੍ਰਿਤਸਰ ਜਾਣਾ ਅਤੇ ਮਹਾਰਾਜ ਨੂੰ ਮੱਥਾ ਬਾਅਦ 'ਚ ਟੇਕਣਾ, ਸਿੰਘ ਸਾਹਿਬ ਨੂੰ ਪਹਿਲਾਂ ਮਿਲ ਕੇ ਆਉਣਾ। ਪਹਿਲਾਂ ਤਰਨ ਤਾਰਨ ਸੀਗੇ ਅਤੇ ਉਹਨਾਂ ਵੀ ਪਿਆਰ ਨਾਲ ਬਿਠਾਉਣਾ, ਰੋਟੀ ਪਾਣੀ ਚਾਹ ਪਾਣੀ ਛਕਾਉਣਾ, ਕਹਿਣਾ ਕੱਲ੍ਹ ਨੂੰ ਕਥਾ ਕਰੀ ਅਤੇ ਕਹਿਣਾ 7 ਵਚਨ। ਤੋ ਇਸ ਤਰੀਕੇ ਨਾਲ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਦੇ ਦਰਸ਼ਨ ਕਰਕੇ ਅਤੇ ਭੁੱਖ ਲੱਥ ਜਾਂਦੀ ਸੀਗੀ। ਮਹਾਰਾਜ ਨੇ ਚੰਗੇ ਬੰਦਿਆਂ ਦੀ ਕਹਿੰਦੇ ਲੋਕਾਂ ਗੱਲ ਬਣਾਈ ਹੈ ਵੀ ਰੱਬ ਨੂੰ ਵੀ ਲੋੜ ਹੈ, ਅਤੇ ਉਹ ਪਹਿਲਾਂ ਹੀ ਬੁਲਾ ਲੈਂਦਾ ਹੈ। ਸੱਜਣ ਮੇਰੇ ਰੰਗੁਲੇ ਜਾਏ ਸੁਤੇ ਜੀਰਾ, ਹੰਗ ਪਈ ਵੰਝਾਂ ਡੁੰਮਣੀ ਰੋਵਾਂ ਝੀਣੀ ਬਾਣ। ਸੰਸਾਰ ਵੱਲੋਂ ਸੋ ਉੱਠ ਕੇ ਉਪਰਾਮ ਹੋ ਕੇ ਸ਼੍ਰੋਮਣੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਭਗਤੀ ਰੂਪ ਰਸਤੇ 'ਤੇ ਸਾਨੂੰ ਚੱਲਣਾ ਚਾਹੀਦਾ, ਕਿਉਂਕਿ ਸਾਥੀ ਚਲੇ ਗਏ ਨੇ। ਮੌਤ ਦਾ ਡਰ ਸਾਡੇ ਸਿਰ 'ਤੇ ਵੀ ਮੰਡਰਾ ਰਿਹਾ ਹੈ। ਇਸ ਵਾਸਤੇ ਆਪ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਦੇਸ਼ ਬੜਾ ਦੂਰ ਹੈ, ਸਫ਼ਰ ਬੜਾ ਲੰਬਾ ਹੈ। ਉੱਥੇ ਪਹੁੰਚਾਉਣ ਵਾਲੀ ਮੌਤ ਸਿਰ 'ਤੇ ਖੜੀ ਕੂਕਾਂ ਮਾਰ ਰਹੀ ਹੈ। ਕੁਝ ਪ੍ਰਬੰਧ ਹੁੰਦਾ ਤਾਂ ਕਰ ਲਈਏ। ਕਿਆ ਤੂੰ ਸੋਇਆ ਜਾਗ ਇਆਨਾ। ਹੇ ਅਗਿਆਤ ਜੀਵ, ਤੂੰ ਕੀ ਅਵਿਦਿਆ ਪ੍ਰਮਾਤਾ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ। ਤੂੰ ਗਿਆਨ ਅਵਸਥਾ ਦੇ ਵਿੱਚ ਜਾਗਣਾ ਕਰ। ਪਰਦੇਸੀ ਬੰਦਾ ਸੁੱਤਾ ਰਹਿ ਜਾਏ ਅਤੇ ਸਾਥੀ ਉੱਠ ਕੇ ਤੁਰ ਜਾਣ ਅਤੇ ਮੁੜ ਕੇ ਕਿੱਥੋਂ ਰਸਤਾ ਲੱਭੇਗਾ। ਦਿੱਲੀ ਵਾਲੇ ਮਹਾਂਪੁਰਖਾਂ ਸਾਹਿਬ ਆਪਣਾ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਦਾ ਨਿਯਮ ਹੈ ਭਈ ਰਾਤ ਨੂੰ 9 ਵਜੇ ਤੋਂ ਪਹਿਲਾਂ ਪ੍ਰਸ਼ਾਦਾ ਨਹੀਂ ਵਰਤਾਉਣਾ। ਅਤੇ ਕਈ ਵਾਰ ਉਹਨਾਂ ਵੇਖ ਲੈਣਾ, ਕਹਿਣਾ ਝਾਤੀਆਂ ਕੀ ਮਾਰਦੇ ਹੋ, ਬੈਠੋ ਸਤਿਨਾਮ ਵਾਹਿਗੁਰੂ ਪੜ੍ਹੋ। ਲਗਾਤਾਰ 7 ਵਜੇ ਤੋਂ ਲੈ ਕੇ 9 ਵਜੇ ਤੱਕ ਤਪ ਕਰਾਉਣਾ ਸਤਿਨਾਮ ਵਾਹਿਗੁਰੂ, ਅਤੇ 9 ਵਜੇ ਪ੍ਰਸ਼ਾਦਾ ਛਕਾ ਕੇ ਮੰਜੇ ਡਾਹ ਦੇਣੇ ਵੀ ਹੁਣ ਤੁਸੀਂ ਆਰਾਮ ਕਰੋ। ਅਤੇ 3:30 ਵਜੇ ਤੋਂ ਬਾਅਦ 4 ਵਜੇ ਕੋਈ ਵੀ ਬੰਦਾ ਸੁੱਤਾ ਲੱਭ ਗਿਆ, ਮੰਜਾ ਪਲਟਾ ਕੇ ਕਹਿਣਾ ਵੀ ਉਹ ਟੂਟੀਆਂ 'ਤੇ ਜਾਓ, ਸਭ ਮੰਜੇ ਚੁੱਕ ਕੇ ਸੰਗਲ ਮਾਰ ਦੇਣਾ। 4 ਵਜੇ ਤੋਂ ਬਾਅਦ ਭਲਾ ਸੌਣ ਦਾ ਕੀ ਕੰਮ।
ਕਿਹੜੇ ਕੰਮ ਆਏ ਹੋ? ਦਿੱਲੀ ਸ਼ਹਿਰ ਹੈ, ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ, ਤੁਸੀਂ ਸੁੱਤੇ ਪਏ ਹੋ। ਕਾਰਸੇ ਵਾਲੇ ਮਹਾਂਪੁਰਖ 4 ਵਜੇ ਤੋਂ ਬਾਅਦ ਸੌਣ ਨਹੀਂ ਦਿੰਦੇ। ਤੋ ਇਸ ਵਾਸਤੇ ਕਿਆ ਤੂੰ ਸੁੱਤਾ ਹੋਇਆ ਬਈ? ਦਰਬਾਰ ਸਾਹਿਬ ਜਾਓ, ਕਦੀ ਵੀ ਕਮਰਾ ਬੁੱਕ ਨਾ ਕਰਾਓ, ਪਰਿਕਰਮਾ ਦੇ ਵਿੱਚ ਸੌਵੋ, ਤਾਂ ਕਿ ਜੇ 3 ਵਜੇ ਤੱਕ ਵੀ ਬੰਦਾ ਉੱਠ ਨਾ ਸਕੇ ਤੇ ਬਾਲਟੀ ਪਾਣੀ ਦੀ ਮਾਰ ਕੇ ਉਹ ਸੇਵਾਦਾਰ ਕਹਿਣ ਵੀ ਉੱਠ ਭਾਈ ਹੁਣ ਤਾਂ ਧੁਆਈ ਸੇਵਾ ਦਾ ਟਾਈਮ ਹੋ ਗਿਆ। 3 ਵਜੇ ਐਨ ਪਰਿਕਰਮਾ ਧੋ ਕੇ ਉਹ ਸਾਫ਼ ਕਰ ਦਿੰਦੇ, ਅਤੇ ਬਦੋ ਬਦੀ ਬੰਦੇ ਨੂੰ ਉੱਠ ਕੇ ਨਹਾਉਣਾ ਪੈਂਦਾ। ਇਸ ਵਾਸਤੇ ਜੇ ਕਮਰੇ ਸੁੱਤਾ ਰਿਹਾ ਤਾਂ ਫਿਰ ਭਾਵੇਂ ਦਿਨ ਚੜ੍ਹੇ ਵੀ ਜਾਗਣਾ ਹੈ। ਕਿੱਥੇ ਤੂੰ ਸੁੱਤਾ ਪਿਆ? ਦਰਬਾਰ ਸਾਹਿਬ ਆ ਕੇ ਸੁੱਤਾ ਪਿਆ ਭਾਈ, ਉੱਠਦਾ ਕਿਉਂ ਨਹੀਂ? ਉੱਠ ਜਾਗ ਕੁਰਾੜੇ ਮਾਰ, ਨਹੀਂ ਤੂੰ ਇਸ ਜਹਾਨੋਂ ਜਾਵੇਂਗੀ, ਫਿਰ ਕਦਮ ਨਾ ਇੱਥੇ ਪਾਵੇਂਗੀ। ਇਹ ਸੌਣ ਲਈ ਨਹੀਂ ਸੰਸਾਰ 'ਚ ਰੱਬ ਨੇ ਭੇਜਿਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਥੋੜ੍ਹਾ ਆਪਣੀ ਨੀਂਦ ਨੂੰ ਘਟਾ ਤੇ ਰੱਬ ਦਾ ਭਜਨ ਕਰ। ਤੈ ਜੀਵਨ ਜਗ ਸੱਚ ਕਰ ਜਾਣਾ। ਜਿਹੜਾ ਸੁੱਤਾ ਬੰਦਾ ਹੈ ਤੇ ਲੰਮੀਆਂ ਤਾਣਗੇ, ਉਹ ਤਾਂ ਬੇਫਿਕਰ ਹੋ ਕੇ ਸਮਝਦਾ ਵੀ ਇੱਥੇ ਹਮੇਸ਼ਾ ਰਹਿਣਾ। ਕਬੀਰ ਸੂਤਾ ਕਿਆ ਕਰੈ, ਜਾਗ ਰੋਏ ਭੈ ਦੁੱਖ, ਆਪਦੇ ਦੁੱਖਾਂ ਨੂੰ ਰੋ। ਜਿਹੜਾ ਭੋਗ ਕੇ ਆਇਆ ਤੇ ਜਾ ਕੇ ਭੋਗਣਾ ਹੈ। ਜਾਕਾ ਬਾਸਾ ਗੋਰ ਮੈਂ, ਤੇਰਾ ਬਾਸਾ ਕਬਰ ਦੇ ਵਿੱਚ ਹੈ ਗੁਰਮੁਖਾ, ਸੋ ਕਿਉਂ ਸੋਵੈ ਸੁਖ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ। ਇੱਕ ਦਿਨ ਸੋਵਣ ਹੋਏ ਗੋ, ਲਾਂਬੇ ਗੋੜ ਪਸਾਰ, ਲੱਤਾਂ ਪਸਾਰ ਕੇ ਸੁੱਤਾ ਨਹੀਂ ਕਬਰ 'ਚ, ਮੁੜ ਕੇ ਨਹੀਂ ਤੈਨੂੰ ਕਿਸੇ ਜਗਾਉਣਾ। ਹੁਣ ਤਾਂ ਗੁੱਸਾ ਕਰਦਾ ਵੀ ਬਾਬੇ ਸੌਣ ਨਹੀਂ ਦਿੰਦੇ, ਸਪੀਕਰ ਲਾ ਦਿੰਦੇ, ਆ ਉਹ ਇੰਝ ਉਂਝ। ਅਤੇ ਕੀ ਤੂੰ ਸੁੱਤਾ ਪਿਆ ਹੈ? ਕੀ ਤੂੰ ਜ਼ਿੰਦਗੀ ਨੂੰ ਸੰਸਾਰ ਵਿੱਚ ਸੱਚਾ ਕਰਕੇ ਜਾਣਿਆ ਹੋਇਆ? ਇਹ ਬਿਲਕੁਲ ਝੂਠ ਹੈ। ਝੂਠੇ ਕੀਰੇ ਝੂਠ ਪ੍ਰੀਤ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਿਨ ਜੀਓ ਦੀਆ, ਜਿਸ ਪਰਮਾਤਮਾ ਨੇ ਜ਼ਿੰਦਗੀ ਤੈਨੂੰ ਜੀਵਨ ਦਿੱਤਾ ਹੈ, ਸੋ ਰਿਜਕ ਅੰਬਰਾਵੈ। ਉਹ ਰੋਜੀ ਆਪ ਅਪਣਾਉਂਦਾ ਪਹੁੰਚਾਉਂਦਾ ਹੈ। ਕੋਈ ਵੀ ਭੁੱਖਾ ਨਹੀਂ ਸੌਂਦਾ। ਅੱਜ ਤੱਕ ਸਾਡੀ ਇੰਨੀ ਉਮਰ ਹੋ ਗਈ 50 ਦੇ ਕਰੀਬ, ਅਤੇ ਕਦੀ ਰਾਤ ਨੂੰ ਭੁੱਖੇ ਨਹੀਂ ਸੁੱਤੇ। ਉੱਠਦਿਆਂ ਸਾਰ ਫਿਰ ਪਰੌਂਠੇ। ਫਿਰ ਵੀ ਜੇ ਬੰਦਾ ਰੱਬ ਨੂੰ ਨਾ ਮੰਨੇ, ਆਖੇ ਵੀ ਮੈਂ ਇੰਝ ਅਤੇ ਮੈਂ ਉਂਝ, ਤਾਂ ਇਹ ਹੰਕਾਰ ਹੈ। ਸਭ ਕਟ ਭੀਤਰ ਹਾਟ ਚਲਾਵੈ। ਉਹ ਸਾਰੇ ਸਰੀਰਾਂ ਦੇ ਵਿੱਚ ਸਥਿਤ ਹੋ ਕੇ ਪ੍ਰਲਬਧ ਅਨੁਸਾਰ ਪਾਲਣ ਪੋਸ਼ਣ ਰੂਪੀ ਹੱਟ ਚਲਾ ਰਿਹਾ ਹੈ। ਕਰ ਬੰਦਗੀ, ਇਸ ਲਈ ਇਹ ਗੁਰਮੁਖਾ, ਤੂੰ ਆਪ ਦੇ ਆਪ ਨੂੰ ਸਿੰਘ ਸਾਹਿਬ ਕਹਾਰਿਆਂ, ਸੰਤ ਜੀ ਬਾਬਾ ਜੀ ਗੁਰਮੁਖ ਕਹਾਉਂਦਾ, ਤੂੰ ਬੰਦਗੀ ਕਰਦਾ ਹੀ ਨਹੀਂ। ਭਗਤੀ ਕਰਿਆ ਕਰ। ਛਾੜ ਮੈਂ ਮੇਰਾ, ਆਹ ਪੈਲੀ ਮੇਰੀ ਹੈ, ਆਹ ਘਰ ਮੇਰਾ ਹੈ, ਇਹ ਟਰੈਕਟਰ ਮੇਰਾ, ਸਰੀਰ ਮੇਰਾ, ਆਹ ਪੈਸੇ ਮੇਰੇ। ਨੋਟਬੰਦੀ ਦੇ ਵਿੱਚ ਸਾਰਿਆਂ ਨੂੰ ਚਾਨਣ ਹੋ ਗਿਆ ਵੀ ਕਿੰਨੇ ਕੁ ਪੈਸੇ ਮੇਰੇ ਨੇ। ਅਤੇ ਆਹ ਲੋਕਡਾਊਨ ਦੇ ਵਿੱਚ ਤਾਂ ਹੱਦ ਬੰਨੇ ਹੀ ਪਾਰ ਹੋ ਗਿਆ ਕੰਮ। ਤੋ ਇਸ ਵਾਸਤੇ ਇੱਕ ਵਾਰ ਤਾਂ ਸਾਰੀ ਆਸ ਹੀ ਰੱਬ ਨੇ ਮੁਕਾ ਦਿੱਤੀ। ਤੋ ਇਸ ਲਈ ਮਹਾਰਾਜ ਕਹਿੰਦੇ ਵੀ ਮੈਂ ਮੇਰੀ ਨੂੰ ਛੱਡ ਤੇ ਦੁਨੀਆ ਵਿੱਚ ਕੁਛ ਨਹੀਂ ਪਿਆ ਹੈ। ਹਿਰਦੈ ਨਾਮ ਸਮਾਰ ਸਵੇਰਾ, ਗੱਜ ਕੇ ਕਹਿ ਦੋ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਵੇਰੇ ਸਵਖਤੇ ਉੱਠਿਆ ਕਰ, ਅੰਮ੍ਰਿਤ ਵੇਲੇ ਉੱਠ ਕੇ ਆਪਦੇ ਹਿਰਦੇ ਮਨ 'ਚ ਰੱਬ ਦੇ ਨਾਮ ਨੂੰ ਯਾਦ ਕਰਿਆ ਕਰ। ਮੈਂ ਜਦ ਵੀ ਅਖੰਡ ਪਾਠ 'ਤੇ ਜਾਣਾ ਹੋਵੇ ਤਾਂ ਸੌਂ ਕੇ ਜਾਈਦਾ, ਕਿਉਂਕਿ ਸੌਣ ਤੋਂ ਬਾਅਦ ਦਿਮਾਗ ਰਿਲੈਕਸ ਹੋ ਜਾਂਦਾ, ਸਭ ਫੁਰਨੇ ਵਾਸ਼ ਹੋ ਜਾਂਦੇ। ਕਥਾ 'ਤੇ ਵੀ ਆਈਦਾ, ਜੇ ਭੱਜੇ ਭੁੱਜੇ ਆਓ ਤਾਂ ਢੋਲ ਆ ਕੇ ਅੱਖਾਂ ਬੰਦ ਕਰਕੇ ਥੋੜ੍ਹਾ ਕੀਰਤਨ 'ਚ ਮਨ ਟਿਕਾਈਦਾ, ਉਹ ਬੋਲਿਆ ਨਹੀਂ ਜਾਂਦਾ। ਅਤੇ ਇਸ ਵਾਸਤੇ ਸੌਂ ਕੇ ਆਈਏ ਅਤੇ ਦਿਮਾਗ ਫਰੈਸ਼ ਹੁੰਦਾ ਹੈ। ਤਾਂ ਭਾਵੇਂ ਦਿਨੇ ਜਾਂ ਸਵੇਰੇ ਜਦੋਂ ਵੀ ਤੁਸੀਂ ਫਸਟ ਟਾਈਮ 'ਤੇ ਉੱਠੋ ਤਾਂ ਰੱਬ ਦਾ ਨਾਮ ਜ਼ਰੂਰ ਜਪੋ। ਜਨਮ ਸਿਰਾਨੋ ਪੰਥ ਨਾ ਸਵਾਰਾ। ਜੇ ਉੱਠਦਿਆਂ ਸਾਰੀ ਨਿੰਦਿਆ ਚੁਗਲੀ ਰੌਲਾ ਰੱਪਾ, ਫਿਰ ਨਹਾਉਣ ਦਾ ਵੀ ਕੋਈ ਫਾਇਦਾ ਨਹੀਂ ਅਤੇ ਉੱਠਣ ਦਾ ਵੀ। ਇਹਦੇ ਨਾਲ ਤਾਂ ਬੰਦਾ ਸੁੱਤਾ ਹੀ ਰਹੇ ਤਾਂ ਚੰਗਾ ਹੈ। ਨਿੰਦਿਆ ਵਾਲੇ ਤੋਂ ਸੁੱਤਾ ਬੰਦਾ ਚੰਗਾ।
ਤੋ ਤੇਰਾ ਅਮੋਲਕ ਮਨੁੱਖਾ ਜਨਮ ਵਿਅਰਥ ਹੀ ਬਤੀਤ ਹੋ ਰਿਹਾ ਹੈ। ਤੂੰ ਆਪਣਾ ਪ੍ਰਲੋਕ ਦਾ ਰਸਤਾ ਸਵਾਰਿਆ ਨਹੀਂ ਹੈ। ਸਾਂਝ ਪਰੀ ਆ ਮੌਤ ਦੀ ਸ਼ਾਮਾਂ ਦਾ ਸਮਾਂ ਹੋ ਗਿਆ, ਸਾਂਝ ਦਾ ਰਹਿ ਰਾਸ ਦਾ ਟਾਈਮ ਹੋ ਗਿਆ, ਸ਼ਾਮਾਂ ਪੈ ਗਈਆਂ, ਦਿਨ ਨਿਕਲ ਗਿਆ ਉਮਰ ਦਾ। ਦਾਹ ਦਿਸ ਅੰਧਿਆਰਾ ਸ਼ਾਮ ਪਈ ਤੋਂ ਮੁੜ ਕੇ ਹਨੇਰਾ ਹੋ ਜਾਂਦਾ। ਇਉਂ ਦਸੇ ਇੰਦਰੀਆਂ ਰੂਪ ਦਸੇ ਦਿਸ਼ਾਵਾਂ 'ਚ ਜੜਤਾ ਰੂਪ ਹਨੇਰਾ ਛਾ ਜਾਏਗਾ। ਇੰਦਰੀਆਂ ਸਾਰੀਆਂ ਬਲੌਕ ਹੋ ਜਾਣਗੀਆਂ, ਕੰਮ ਨਹੀਂ ਕਰਨਗੀਆਂ। ਕਹਿ ਰਵਿਦਾਸ ਇਹ ਰਵਿਦਾਸ ਜੀ ਕਹਿ ਰਹੇ ਨੇ। ਇਹ ਨਾ ਸਮਝੋ ਵੀ ਮੈਂ ਬੋਲ ਰਿਹਾ ਤੇ ਸਾਨੂੰ ਤਾਂ ਮਾਂ ਪਿਓ ਫਿਕਰ ਕਰਦੇ ਵੀ ਇਹ 4 ਬੰਦਿਆਂ 'ਚ ਬੰਦਾ ਬੋਲ ਨਹੀਂ ਸਕਦਾ, ਗਾਂਹ ਜ਼ਿੰਦਗੀ 'ਚ ਕਰੂਗਾ ਕੀ, ਭੁੱਖਾ ਮਰੂਗਾ ਜਿਹੜਾ ਗੱਲ ਨਹੀਂ ਕਰ ਸਕਦਾ। ਤੇ ਇਹ ਕਿਸੇ ਨਾਲ ਬਹਿ ਕੇ ਰਲਦਾ ਖਾਂਦਾ ਪੀਂਦਾ ਨਹੀਂ, ਕੀ ਕਾਮਯਾਬੀ ਲਊਗਾ। ਤੋ ਇਸ ਵਾਸਤੇ ਅਸੀਂ ਕਿੱਥੋਂ ਬੋਲਣ ਜੋਗੇ ਹੋ ਗਏ। ਇਹ ਤਾਂ ਰਵਿਦਾਸ ਜੀ ਕਹਿ ਰਹੇ ਹਨ। ਨਿਦਾਨ ਦੀਵਾਨੇ ਹੇ ਨਿਆਣੇ, ਹੇ ਚੱਲਿਆ ਮਨੁੱਖਾ ਬੱਚੇ ਦੀ ਤਰ੍ਹਾਂ ਕਿਉਂ ਮੂਰਖ ਬਣਿਆ ਹੋਇਆ ਹੈ। ਅੰਤ ਦੇ ਸਮੇਂ ਵੱਲੋਂ ਕਿਉਂ ਅਣਜਾਣ ਬੇਸਮਝ ਹੈ। ਚੇਤਸ ਨਾਹੀ ਤੂੰ ਰੱਬ ਨੂੰ ਕਿਉਂ ਨਹੀਂ ਯਾਦ ਕਰਦਾ ਹੈ। ਹੈਰਾਨੀ ਦੀ ਗੱਲ ਹੈ ਵੀ ਸੰਸਕਾਰ ਤੇ ਭੋਗਾਂ ਦੇ ਤੂੰ ਤਾਂ ਨਿੱਤ ਤੁਰਿਆ ਰਹਿੰਦਾ ਤੇ ਆਪ ਦਾ ਤੈਨੂੰ ਪਤਾ ਹੀ ਨਹੀਂ ਹੈ। ਦੁਨੀਆ ਫਨ ਖਾਨੇ ਜਿਸ ਦੁਨੀਆ ਨਾਲ ਤੂੰ ਮੋਹ ਕਰਦਾ ਪਿਆ ਇਹ ਫਨਾਹ ਦਾ ਘਰ ਹੈ, ਮਤਲਬ ਧੋਖੇ ਦਾ ਖਾਨਾ। ਜਿਸ ਘਰ ਸਰੀਰ 'ਚ ਚਿੱਤ ਲਾਇਆ ਉਹ ਨਾਸ਼ ਹੋ ਜਾਣ ਵਾਲਾ ਹੀ ਉਹ। ਫਿਰ ਨਾ ਕਹੀਂ ਸਾਨੂੰ ਦੱਸਿਆ ਨਹੀਂ, ਆਪਾਂ ਦੱਸ ਕੇ ਆਪ ਦਾ ਜੁਮਾ ਦੋਸ਼ ਪੋਸ਼ ਕਰ ਰਹੇ ਹਾਂ। ਹੁਣ ਤੁਸੀਂ ਆਪ ਦਾ ਭਲਾ ਕਰੋ ਨਾ ਕਰੋ ਇਹ ਤੁਹਾਡੇ ਵੱਸ ਹੈ। ਰਵਿਦਾਸ ਨੇ ਜੋ ਕਹਿਣਾ ਸੀ ਸੋ ਕਹਿ ਦਿੱਤਾ। ਕੋਈ ਗੁੱਸਾ ਮੰਨੇ ਰਾਜੀ ਮੰਨੇ, ਆਪਦੇ ਘਰ ਰਾਜੀ ਰਹੇ। ਪਰ ਗੁਰੂ ਘਰ ਤਾਂ ਸੱਚੀ ਗੱਲ ਹੁੰਦੀ ਹੈ। ਭੁੱਲਾਂ ਚੁੱਕਾ ਖਿਮਾ ਕਰੀਂਦੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਹੀਂ ਦੁਨੀਆ ਫਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।